ਸਾਡੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਵੱਲੋਂ ਇੱਕ ਨਾਰਾ ਦਿੱਤਾ ਗਿਆ ਸੀ, ਜੈ ਜਵਾਨ ਜੈ ਕਿਸਾਨ। ਪਰ ਸਾਡੇ ਦੇਸ਼ ਦੇ ਵਿੱਚ ਅੱਜ ਜਵਾਨ ਤੇ ਕਿਸਾਨ ਦੀ ਹਾਲਤ ਕੀ ਹੈ, ਇਹ ਖਬਰ ਤੁਹਾਨੂੰ ਇਸ ਤੋਂ ਰੂਬਰੂ ਕਰਵਾਵੇਗੀ। कब्जा अपने इन्हें डीलर ने किया वा। ਕੀ ਨਾਮ ਹੈ ਉਹਦਾ? गुलशन कुमार। ਤੁਸੀਂ ਉਹਨੂੰ ਕਿਹਾ ਨਹੀਂ ਵੀ ਇਹ ਜ਼ਮੀਨ ਮੇਰੀ ਹੈ, ਕਾਗਜ਼ਾਂ 'ਚ ਬੋਲਦੀ ਹੈ ਮੇਰੀ ਜ਼ਮੀਨ? ਮੈਨੂੰ ਕਹਿੰਦਾ ਗੋਲੀ ਮਾਰ ਕੇ ਨਹਿਰ 'ਚ ਸਿੱਟਿਆਉਂਗਾ। ਘਰ ਵਾਲੀ ਮੇਰੇ ਨਾਲ ਸੀ, ਮੇਰੇ ਗਾਲਾਂ ਕੱਢੀਆਂ ਸਾਨੂੰ ਉਹਨੇ। ਅਸੀਂ ਆਪਦੇ ਬੱਚੇ ਪਾਲੀਏ ਕਿ ਉਹਦੀ ਗੋਲੀ ਖਾਈਏ ਜੀ। साढ़े 5000 रुपये मिलता आज़ादी घुलाटीए के परिवार को जिन्हें दूजा विश्व युद्ध लड़िया हो। 5,500 रुपये मिलता किहदी बदौलत? लैंड माफिए की बदौलत। मैं समझदा जीके बिल्डर वाले पंजाब के नटवर लाल है, गलाडा के अधिकारी उस नटवर लाल के करिंदे है, ਜਿਹੜੇ ਮੰਤਰੀ ਹੈ, ਜਿਹੜੀ ਪੁਲਿਸ ਹੈ ਉਸ ਨਟਵਰ ਲਾਲ ਲਈ ਕੰਮ ਕਰਦੀ ਹੈ, ਸਾਬਤ ਹੋ ਰਿਹਾ। 10 ਦਿਨਾਂ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ 10 ਦਿਨਾਂ ਦੇ ਵਿੱਚ ਇਹਨਾਂ ਦੇ ਨਾਮ ਚੜਾ ਦਿੱਤੀ। ਆ ਲੋ ਆ ਫਿਰ ਜਿਹੜੀ ਮਾੜੀ ਮੋਟੀ ਬੋਲੀ ਲੱਗਣੀ ਸੀ 1500 ਕੁਛ ਰੁਪਇਆ, ਉਹ ਪੈਸੇ ਵੀ ਇਹਨਾਂ ਨੇ ਦਿੱਤੇ ਆ। ਪਰ ਕੈਪਟਨ ਅਮਰਿੰਦਰ ਸਰ ਕੀ ਕਰ ਰਹੇ ਆ? ਉਹ ਕਾਂਗਰਸ ਦੇ ਮੰਤਰੀ ਵੀ ਹੈ ਤੇ ਕੈਪਟਨ ਵੀ ਹੈ ਫੌਜ ਦੇ ਵਿੱਚੋਂ। ਤੇ ਆਹ ਠੱਗੀ ਜਿਹੜੀ ਹੋਈ ਹੈ ਇਹ ਆਰਮੀ ਅਫਸਰ ਨਾਲ ਹੋਈ ਹੈ। ਛੋਟਾ ਮੋਟਾ ਆਰਮੀ ਅਫਸਰ ਨਹੀਂ, ਛੋਟਾ ਮੋਟਾ ਆਰਮੀ ਵਾਲਾ ਨਹੀਂ, ਆਜ਼ਾਦੀ ਦੀ ਲੜਾਈ ਲੜਨ ਵਾਲਾ, ਬਰਮਾ ਦੇ ਵਿੱਚ ਦੂਜਾ ਵਿਸ਼ਵ ਯੁੱਧ ਲੜਨ ਵਾਲਾ। ਉਹਨੂੰ ਮਾਨ ਸਨਮਾਨ ਦੇਣ ਵਾਸਤੇ ਆ ਜਮਾਨ ਮਿਲੀ ਹੈ ਜ਼ਮੀਨ। 3 ਮੈਡਲ ਜਿੱਤੇ ਆ ਕੈਪਟਨ ਸਾਹਿਬ ਨੇ। 3 ਮੈਡਲ ਪਤਾ ਨਹੀਂ ਜਿੱਤੇ ਕਿ ਨਹੀਂ ਜਿੱਤੇ, ਗੋਲੀ ਖਾਈ ਹੈ ਕਿ ਨਹੀਂ ਖਾਈ ਪਤਾ ਨਹੀਂ। ਕੀ SSP ਲੁਧਿਆਣਾ ਉਹਨੂੰ ਨਜ਼ਰ ਨਹੀਂ ਆਉਂਦਾ ਠੱਗੀ ਹੋਈ ਹੈ? ਇੱਕ ਆਜ਼ਾਦੀ ਘੁਲਾਟੀ ਨਾਲ ਠੱਗੀ ਹੋਈ ਹੈ, ਸੈਂਟਰ ਗਵਰਨਮੈਂਟ ਦੀ ਜ਼ਮੀਨ ਨਾਲ ਠੱਗੀ ਹੋਈ ਹੈ, ਰੈਵਨਿਊ ਰਿਕਾਰਡ ਪੇਪਰ ਸਾਰੇ ਹੈ। ਤੇ ਕਿੰਨੀ ਬੇਸ਼ਰਮ ਹੈ ਲੁਧਿਆਣਾ ਪੁਲਿਸ ਜਿਹੜੀ ਲਿਖਦੀ ਹੈ ਕਿ ਸਾਡੇ ਕਰਨ ਦੀ ਕੋਈ ਕਾਰਵਾਈ ਨਹੀਂ। ਫਿਰ ਦੱਸੋ ਭਾਈ ਕਿੱਥੇ ਜਾਏ? ਪਾਕਿਸਤਾਨ ਜਾਣੇ ਹੈ, ਜਾਏ ਬਰਮਾ ਜਾਣ, ਜਾਏ ਪਾਕਿਸਤਾਨ ਜਾਣ, ਇਨਸਾਫ ਮੰਗਣਾ ਵੀ ਅਸੀਂ ਰੁੜ ਰਹੇ ਹਾਂ। ਤੁਹਾਡੇ ਦੇਸ਼ ਦੇ ਕਾਨੂੰਨ ਕਹਿੰਦੇ, ਸਾਡੇ ਦੇਸ਼ ਦੇ ਕਾਨੂੰਨ ਕਹਿੰਦੇ ਕਿ ਸੈਂਟਰਲ ਗਵਰਨਮੈਂਟ ਦੀ ਜ਼ਮੀਨ ਵੇਚੀ ਨਹੀਂ ਜਾ ਸਕਦੀ। ਪਰ ਇਹ ਨਟਵਰ ਲਾਲ ਜੀ ਕੇ ਸਟੇਟ ਵਾਲਾ ਲਾਲ ਕਿਲੇ ਦੀ ਤਰ੍ਹਾਂ ਸੈਂਟਰਲ ਗਵਰਨਮੈਂਟ ਦੀ ਜ਼ਮੀਨ ਵੇਚੇਗਾ। ਸ਼ਰਮ ਕਰੋ। ਸਾਡੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਵੱਲੋਂ ਇੱਕ ਨਾਰਾ ਦਿੱਤਾ ਗਿਆ ਸੀ, ਜੈ ਜਵਾਨ ਜੈ ਕਿਸਾਨ। ਪਰ ਸਾਡੇ ਦੇਸ਼ ਦੇ ਵਿੱਚ ਅੱਜ ਜਵਾਨ ਤੇ ਕਿਸਾਨ ਦੀ ਹਾਲਤ ਕੀ ਹੈ, ਇਹ ਖਬਰ ਤੁਹਾਨੂੰ ਇਸ ਤੋਂ ਰੂਬਰੂ ਕਰਵਾਵੇਗੀ। ਤੇ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ, ਉਸ ਨੂੰ ਡਰ ਹੈ ਕਿ ਕੇਂਦਰ ਸਰਕਾਰ ਕਿਸਾਨ ਤੋਂ ਉਸ ਦੀ ਜ਼ਮੀਨ ਖੋਹ ਲਵੇਗੀ। ਪਰ ਜੋ ਜ਼ਮੀਨ ਇੱਕ ਜਵਾਨ ਵੱਲੋਂ ਆਪਣੀ ਮਿਹਨਤ ਦੇ ਨਾਲ, ਆਪਣੀ ਫੌਜ ਦੇ ਵਿੱਚ ਕੀਤੀ ਹੋਈ ਨੌਕਰੀ ਕਰਕੇ, ਲੜੀਆਂ ਜੰਗਾਂ ਕਰਕੇ ਕੇਂਦਰ ਸਰਕਾਰ ਤੋਂ ਮਿਲੀ, ਅਫਸੋਸ ਸਿਆਸੀ ਸਰਪ੍ਰਸਤੀ ਹੇਠ ਪਲ ਰਹੇ ਲੈਂਡ ਮਾਫੀਆ ਨੇ ਉਸ ਜਵਾਨ ਤੋਂ ਉਹ ਜ਼ਮੀਨ ਵੀ ਖੋਹ ਲਈ, ਜਾਂ ਕਹਿ ਲਓ ਕਬਜ਼ਾ ਲਈ। ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੁੰਡੀਆਂ ਕਲਾਂ ਦੇ ਵਿੱਚ। ਇਹ ਤਸਵੀਰ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਐਸੇ ਪਰਿਵਾਰ ਦੀ ਤਸਵੀਰ ਹੈ, ਜਾਂ ਉਸ ਪਰਿਵਾਰ ਦੇ ਘਰ ਦੀਆਂ ਤਸਵੀਰਾਂ ਨੇ ਜਿਸ ਪਰਿਵਾਰ ਦਾ ਯੋਗਦਾਨ ਰਿਹਾ ਜੀ ਬਰਮਾ ਦੀ ਲੜਾਈ ਦੇ ਵਿੱਚ, ਭਾਰਤੀ ਫੌਜ ਵਿੱਚ ਯੋਗਦਾਨ ਰਿਹਾ, ਆਜ਼ਾਦੀ ਗੁਲਾਟੀਏ ਰਹੇ ਨੇ, ਆਜ਼ਾਦੀ ਦੇ ਘੋਲ ਵਿੱਚ, ਲੜਾਈ 'ਚ, ਜੰਗ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਪਰ ਅੱਜ ਉਸ ਪਰਿਵਾਰ ਦੀ ਹਾਲਤ ਤਰਸਯੋਗ ਹੈ। ਇਸ ਵਿੱਚ ਇੱਕ ਵੱਡੀ ਗਲਤੀ ਤੇ ਕਾਰਨ ਹੈ ਸਮੇਂ ਦੀਆਂ ਸਰਕਾਰਾਂ ਤੇ ਉਹਨਾਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਪਲਦੇ ਲੈਂਡ ਮਾਫੀਆ। ਗੱਲਬਾਤ ਕਰਾਂਗੇ, ਪੂਰਾ ਮਾਮਲਾ ਤੁਹਾਨੂੰ ਦੱਸਾਂਗੇ ਕਿ ਆਖਰ ਮਾਮਲਾ ਹੈ ਕੀ। ਮਾਮਲਾ ਬਹੁਤ ਜ਼ਿਆਦਾ ਚਿੰਤਾਜਨਕ ਉਦੋਂ ਬਣ ਜਾਂਦਾ ਹੈ ਜਦੋਂ ਇਹ ਪਰਿਵਾਰ ਪਿੱਛੇ ਤੋਂ ਆਜ਼ਾਦੀ ਗੁਲਾਟੀਏ ਪਰਿਵਾਰ ਦੇ ਤੌਰ ਤੇ ਜਾਣਿਆ ਜਾਵੇ। ਉਹ ਪਰਿਵਾਰ ਜਿਸ ਦਾ ਸੰਬੰਧ ਦਲਿਤ ਭਾਈਚਾਰੇ ਦੇ ਨਾਲ ਹੋਵੇ,
ਤਾਂ ਫਿਰ ਮਾਮਲਾ ਹੋਰ ਵੀ ਸੰਗੀਨ ਹੋ ਜਾਂਦਾ। ਸਾਡੇ ਨਾਲ ਪਰਿਵਾਰ ਦੇ ਜੀ ਵੀ ਮੌਜੂਦ ਨੇ, ਅਜੈਬ ਸਿੰਘ ਅਲਿਆਸ ਗਾਂਧੀ ਜੀ ਮੌਜੂਦ ਨੇ ਤੇ ਸਤਨਾਮ ਸਿੰਘ ਦਾਊ ਜੀ ਵੀ ਮੌਜੂਦ ਨੇ, ਸਮਾਜਿਕ ਕਾਰਕੁਨ। ਸਤਨਾਮ ਜੀ, ਮਾਮਲਾ ਤੁਸੀਂ ਵੀ ਦੇਖਿਆ ਹੈ, ਇਹ ਜਿਹੜੇ ਤੁਹਾਡੇ ਹੱਥ ਵਿੱਚ ਕਾਗਜ਼ ਨੇ, ਕੁਝ ਦੇਰ ਪਹਿਲਾਂ ਇਹ ਉਸ ਕੂੜੇ ਦੇ ਢੇਰ ਵਿੱਚ, ਉਹਨਾਂ ਥਾਪੀਆਂ ਦੇ ਵਿੱਚ, ਇਹ ਪਾਥੀਆਂ ਦੇ ਵਿੱਚ ਮਾਫ ਕਰਿਓ, ਪਏ ਹੋਏ ਸੀ। ਮਾਮਲਾ ਦੇਖ ਕੇ ਪਹਿਲਾਂ ਤੁਹਾਡੇ ਜ਼ਿਹਨ ਦੇ ਵਿੱਚ ਖਿਆਲ ਕੀ ਆਇਆ? ਕਿਉਂਕਿ ਇਹ ਉਹ ਦੇਸ਼ ਹੈ ਜਿੱਥੇ ਅਸੀਂ ਕਹਿੰਦੇ ਹਾਂ ਜੈ ਜਵਾਨ ਜੈ ਕਿਸਾਨ। ਦੇਖੋ, ਸ਼ਰਮਨਾਕ ਗੱਲ ਹੈ, ਜੈ ਜਵਾਨ ਜੈ ਕਿਸਾਨ ਝੂਠਾ ਨਾਰਾ ਸੀ, ਹੁਣ ਝੂਠਾ ਹੋ ਗਿਆ। ਕਿਸਾਨ ਬੈਠੇ ਦਿੱਲੀ ਬਾਰਡਰ ਤੇ, ਆ ਹੈਗਾ ਜੈ ਜਵਾਨ। ਤੇ ਜਵਾਨ ਵੀ ਉਹ ਨਹੀਂ ਹੈਗਾ ਜਿਹੜਾ ਆਮ ਅੱਜ ਕੱਲ ਫੌਜ ਦੇ ਵਿੱਚ ਭਰਤੀ ਹੈ, ਇਹ ਉਹ ਜਵਾਨ ਹੈ ਜਿਹਨੇ ਆਜ਼ਾਦੀ ਦੀ ਲੜਾਈ ਲੜੀ ਹੈ, ਬਰਮਾ ਦੇ ਵਿੱਚ ਦੂਜਾ ਵਿਸ਼ਵ ਯੁੱਧ ਲੜਿਆ 1947 ਤੋਂ ਬਾਅਦ 1946 ਦੇ ਵਿੱਚ ਇਹਨਾਂ ਦੇ ਪਿਤਾ ਜੀ ਰਿਟਾਇਰ ਹੋਏ ਆ ਫੌਜ ਦੇ ਵਿੱਚੋਂ, ਤੇ ਉਹਨਾਂ ਲਈ ਸਨਮਾਨ ਪੱਤਰ ਦਿੱਤੇ ਗਏ ਇੰਡੀਅਨ ਗਵਰਨਮੈਂਟ ਵੱਲੋਂ। ਤੇ ਖੇਤੀ ਕਰਦੇ ਰਹੇ ਕਿਸਾਨ ਵੀ, ਇਹ ਦਲਿਤ ਕਿਸਾਨ। ਕੁਝ ਵਿਗੇ ਜ਼ਮੀਨ ਸਰਕਾਰ ਨੇ, ਇੰਡੀਅਨ ਗਵਰਨਮੈਂਟ ਨੇ ਇਹਨੂੰ ਅਲਾਟ ਕੀਤੀ ਕਿ ਖੇਤੀ ਕਰ ਲਓ, ਠੇਕੇ ਦੇ ਜ਼ਮੀਨ ਲੈ ਕੇ ਠੇਕੀ ਕਰਦੇ ਰਹੇ। ਇਹਨਾਂ ਦੇ ਪਿਤਾ ਜੀ ਦੀ ਮੌਤ ਹੋਈ ਹੈ 1988 ਦੇ ਵਿੱਚ। 88 ਦੇ ਵਿੱਚ ਜਦੋਂ ਮੌਤ ਹੋਈ ਤਾਂ ਉਹ ਤੋਂ ਪਹਿਲਾਂ ਇਹਨੇ ਹੋਮਗਾਰਡ ਦੀ ਨੌਕਰੀ ਲਵਾਤਾ ਆਪਣੇ ਬੇਟੇ ਨੂੰ। ਹੋਮਗਾਰਡ 'ਚ ਮਿਲਦੀ 800-900 ਰੁਪਏ ਤਨਖਾਹ। ਤੇ ਜਿਹੜੀ ਜ਼ਮੀਨ ਇਹਨਾਂ ਦੇ ਪਿਤਾ ਜੀ ਨੂੰ ਆਜ਼ਾਦੀ ਘੁਲਾਟੀਏ ਨੂੰ ਲੁਧਿਆਣੇ ਦੇ ਵਿੱਚ ਸਰਕਾਰ ਨੇ ਦਾਨ ਦਿੱਤੀ ਸੀ, ਸਰਕਾਰ ਨੇ ਮਦਦ ਵਜੋਂ ਦਿੱਤੀ ਸੀ, ਉਸ ਜ਼ਮੀਨ ਤੇ ਕਰ ਲਿਆ ਕਬਜ਼ਾ ਬਿਲਡਰਾਂ ਨੇ। ਉਹ ਕਬਜ਼ੇ ਨੂੰ ਛਡਾਉਣ ਵਾਸਤੇ ਇਹਨੇ ਹੋਮਗਾਰਡ ਦੀ ਨੌਕਰੀ ਵੀ ਛੱਡੀ। ਅੱਜ ਇਹ ਸਫਾਈ ਕਰਮਚਾਰੀ ਹੈ SBI ਬੈਂਕ। 5,500 ਰੁਪਏ ਮਿਲਦਾ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨੂੰ, ਜਿਹਨੇ ਦੂਜਾ ਵਿਸ਼ਵ ਯੁੱਧ ਲੜਿਆ ਹੋਵੇ। 5,500 ਰੁਪਏ ਮਿਲਦਾ। ਕਿਹਦੀ ਬਦੌਲਤ? ਲੈਂਡ ਮਾਫੀਏ ਦੀ ਬਦੌਲਤ। ਲੈਂਡ ਮਾਫੀਆ ਕਿਹੜਾ? ਪਹਿਲਾਂ ਵੀ ਬਹੁਤ ਵਾਰ ਆਪਾਂ ਗੱਲ ਕੀਤੀ, GK ਸਟੇਟ ਲੁਧਿਆਣੇ ਦਾ ਇੱਕ ਵੱਡਾ ਲੈਂਡ ਮਾਫੀਆ, ਜਿਹੜੀ ਇਹਨਾਂ ਦੇ ਪਿਤਾ ਜੀ ਨੂੰ ਜ਼ਮੀਨ ਮਿਲੀ ਹੈ, ਉਹ ਜ਼ਮੀਨ ਨੂੰ ਕਬਜ਼ਾ ਕੀਤਾ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ। ਕੱਲਾ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਨਹੀਂ, ਅਫਸਰਾਂ ਨਾਲ ਮਿਲ ਕੇ ਨਹੀਂ, ਮੰਤਰੀਆਂ ਨਾਲ, ਸਾਰੀਆਂ ਪੋਲੀਟੀਕਲ ਪਾਰਟੀਆਂ ਦੀਆਂ। ਉਹ ਜਿਹੜਾ GK ਸਟੇਟ ਵਾਲਾ ਸੁਣਨ 'ਚ ਆਇਆ ਕਿ ਛੋਟਾ ਮੋਟਾ ਕਿਸੇ ਬਿਲਡਰ ਦੇ ਨਾਲ ਉਹ ਚਾਹ ਪਾਣੀ ਪਿਲਾਉਣ ਦਾ ਕਰਿੰਦਾ ਸੀਗਾ, ਬਾਅਦ 'ਚ ਇੱਦਾਂ ਦੀ ਠੱਗੀਆਂ ਮਾਰ ਕੇ ਉਹ ਬਣ ਗਿਆ ਨਟਵਰ ਲਾਲ, ਭਾਰਤ ਦਾ ਇੱਕ ਮਸ਼ਹੂਰ ਠੱਗ, ਜਿਹਨੇ ਕਦੇ ਲਾਲ ਕਿਲ੍ਹਾ ਵੇਚਿਆ 2 ਵਾਰੀ, ਜਿਹਨੇ ਕਦੇ ਤਾਜ ਮਹਿਲ ਵੇਚਿਆ 3 ਵਾਰੀ। ਮੈਂ ਸੁਣਿਆ ਜਿਹੜੀ ਪਾਰਲੀਮੈਂਟ ਦੀ ਬਿਲਡਿੰਗ ਵੀ ਵੇਚ ਗਿਆ ਸੀ ਕਿਸੇ ਨੂੰ। ਉਹ ਠੱਗੀਆਂ 'ਚ ਮਸ਼ਹੂਰ ਹੈ। 113 ਸਾਲਾਂ ਦੀ ਇਹਨੂੰ ਸਜ਼ਾ ਹੋਈ ਹੈ, ਪਰ ਉਹ ਕਦੇ ਪੁਲਿਸ ਦੇ ਹੱਥ ਨਹੀਂ ਆਇਆ ਤੇ ਨਾ ਬਹੁਤੀ ਦੇਰ ਜੇਲ੍ਹ 'ਚ ਰਿਹਾ। ਮੈਂ ਸਮਝਦਾ GK ਬਿਲਡਰ ਵਾਲੇ ਪੰਜਾਬ ਦੇ ਨਟਵਰ ਲਾਲ ਹੈ, ਗਲਾਡਾ ਦੇ ਅਧਿਕਾਰੀ ਉਸ ਨਟਵਰ ਲਾਲ ਦੇ ਕਰਿੰਦੇ ਹੈ, ਜਿਹੜੇ ਮੰਤਰੀ ਹੈ, ਜਿਹੜੀ ਪੁਲਿਸ ਹੈ, ਉਸ ਨਟਵਰ ਲਾਲ ਲਈ ਕੰਮ ਕਰਦੀ ਸਾਬਤ ਹੋ ਰਿਹਾ। ਇਹ ਦੇਖਣ ਨੂੰ ਹੈ। ਇਹ ਹਾਰ ਕੇ ਨਾ ਇਹਨੇ ਤੂੜੀ ਦੇ ਵਿੱਚ, ਡੰਗਰਾਂ ਦੇ ਬਾੜੇ ਦੇ ਵਿੱਚ ਸਿੱਟਤੇ ਵੀ ਛੱਡੋ ਆਪਾਂ ਕੀ ਕਰਨਾ ਆਜ਼ਾਦ ਹਿੰਦ ਫੌਜ ਨੂੰ, ਛੱਡੋ ਕੀ ਕਰਨਾ ਭਾਰਤ ਸਰਕਾਰ ਨੂੰ, ਛੱਡੋ ਕੀ ਕਰਨਾ ਉਹਨਾਂ ਨੌਕਰੀ ਨੂੰ, ਕੀ ਲੈਣਾ ਆਪਾਂ ਵਿਸ਼ਵ ਯੁੱਧ ਲੜਨ ਤੋਂ। ਆਪਾਂ ਤਾਂ 1500 ਰੁਪਇਆ ਕਮਾਉਣਾ ਜਾਂ 5000 ਦੀ ਕਮਾਣੀ ਨੌਕਰੀ। ਮੈਂ ਤਾਂ ਪਾਲਣੇ ਬੱਚੇ, ਇਹਨਾਂ ਦੇ ਬੱਚੇ ਅੱਜ ਵੀ ਦਿਹਾੜੀ ਕਰਨ ਜਾਂਦੇ ਆ। ਇਹਨੇ ਸਿੱਟਤਾ ਤੂੜੀ ਦੇ ਕੋਠੇ ਦੇ ਵਿੱਚ। ਤੇ ਹੈਰਾਨੀ ਦੀ ਗੱਲ ਹੈ, ਜਿਹੜੀ ਪੰਜਾਬ ਸਰਕਾਰ ਨੇ ਇਹਨੂੰ ਬਚਾਉਣਾ ਸੀ, ਉਹ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਚਿੱਠੀ ਦਿਖਾਵਾਂ ਮੈਂ। ਇਹ ਚਿੱਠੀ ਲੱਗੀ ਕਿ ਪੰਜਾਬ ਸਰਕਾਰ ਕਹਿੰਦੀ ਹੈ ਬਹੁਤ ਕੁਛ ਹੈ, ਤੇ ਆਹ ਚਿੱਠੀ ਹੈ ਇੱਕ ਪੁਲਿਸ ਦੀ। ਜਦੋਂ ਇਹਨੇ ਕਿਹਾ ਕਿ ਪੁਲਿਸ ਨੂੰ ਕਿ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ, ਮੇਰੇ ਬਾਪੂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ, ਜਿਹੜੀ ਭਾਰਤ ਸਰਕਾਰ ਨੇ ਦਾਨ ਦਿੱਤੀ ਸੀ, ਸੈਂਟਰ ਗਵਰਨਮੈਂਟ ਦੀ ਜ਼ਮੀਨ ਹੈ। ਆਹ ਲਿਖਿਆ, ਅੱਜ ਪੜ੍ਹ ਕੇ ਸੁਣਾ ਰਿਹਾ ਕੀ ਲਿਖਦੀ ਹੈ ਲੁਧਿਆਣਾ ਪੁਲਿਸ। ਜੋ ਗੁਲਸ਼ਨ ਕੁਮਾਰ GK ਸਟੇਟ ਮੁੰਡੀਆਂ ਕਲਾਂ ਲੁਧਿਆਣਾ ਵਿਖੇ ਪਲਾਟ ਕੱਟੇ ਹੋਏ ਹਨ ਤੇ ਮਕਾਨ ਬਣੇ ਹੋਏ ਹਨ, ਮਾਮਲਾ ਦੀਵਾਨੀ ਹੈ, ਪੁਲਿਸ ਦੇ ਕਰਨਿਓ ਕੋਈ ਕਾਰਵਾਈ ਨਹੀਂ। ਆਜ਼ਾਦੀ ਘੁਲਾਟੀ ਦੀ ਜ਼ਮੀਨ ਦੱਬ ਲਈ, ਸੈਂਟਰਲ ਗਵਰਨਮੈਂਟ ਦੀ ਜ਼ਮੀਨ ਦੱਬ ਲਈ। ਔਰ ਹੋਰ ਮੈਂ ਦੱਸਦਾ ਘਪਲਾ ਬਾਅਦ 'ਚ, ਸੈਂਟਰਲ ਗਵਰਨਮੈਂਟ ਦੀ ਜ਼ਮੀਨ ਇੱਦਾਂ ਨਹੀਂ ਦੱਬੀ। ਰਿਕਾਰਡ ਦੇ ਵਿੱਚ ਆ ਮੇਰੇ ਕੋਲ ਸਰਕਾਰ ਦਾ ਰੈਵਨਿਊ ਰਿਕਾਰਡ ਪਿਆ ਇੱਥੇ। ਉਸ ਰਿਕਾਰਡ ਦੇ ਵਿੱਚ ਜਿਹੜੀ ਵੀ ਗੱਲ ਹੈਗੀ ਹੈ ਅਸੀਂ ਦਿਖਾ ਰਹੇ ਹਾਂ ਦਰਸ਼ਕਾਂ ਨੂੰ, ਉਹੀ ਗੱਲ ਦਿਖਾਵਾਂਗੇ ਜੋ ਸਰਕਾਰੀ ਦਸਤਾਵੇਜ਼ ਬੋਲਦੇ ਨੇ। ਆਪਣੇ ਵੱਲੋਂ ਕੋਈ ਵੀ ਗੱਲ ਨਹੀਂ ਦਿਖਾਈ ਜਾ ਰਹੀ, ਕੱਲੀ ਗੱਲ, ਚਾਹੇ ਉਹ DC ਸਾਹਿਬ ਦੀ ਰਿਪੋਰਟ ਹੋਵੇ, ਚਾਹੇ ਉਹ SDM ਸਾਹਿਬ ਦੀ ਰਿਪੋਰਟ ਹੋਵੇ, ਚਾਹੇ ਉਹ ਪਟਵਾਰੀ ਸਾਹਿਬ ਦੀ ਰਿਪੋਰਟ ਹੋਵੇ, ਚਾਹੇ ਉਹ ਪੁਲਿਸ ਮਹਿਕਮੇ ਦੀ ਰਿਪੋਰਟ ਹੋਵੇ। ਉਹਨਾਂ ਰਿਪੋਰਟਾਂ ਦੇ ਆਧਾਰ ਤੇ ਹੀ ਤੁਹਾਨੂੰ ਸਾਰੀਆਂ ਗੱਲਾਂ, ਸਾਰੇ ਤੱਥ ਦੱਸੇ ਜਾ ਰਹੇ ਨੇ। ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ ਨੂੰ DC ਨੇ ਇੱਕ ਚਿੱਠੀ ਲਿਖੀ, ਉਹਦੇ ਵਿੱਚ ਰਿਕਾਰਡ ਦਿਖਾਇਆ, ਰੈਵਨਿਊ ਰਿਕਾਰਡ। ਇਹ ਰਿਪੋਰਟ ਦੇ ਵਿੱਚ ਲਿਖਿਆ ਕਿ ਇਹ ਜ਼ਮੀਨ ਜਿਹੜੀ ਹੈ ਸੈਂਟਰਲ ਗਵਰਨਮੈਂਟ ਦੇ ਨਾਮ ਹੈ, ਕਾਸ਼ਤਕਾਰ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ। ਇਹ ਸਾਰਾ ਕੁਝ ਲਿਖਾਇਆ ਗਿਆ। ਹੁਣ ਦੇਖੋ ਅਧਿਕਾਰੀ ਕਿਵੇਂ ਕਰਦੇ ਆ। ਜਿਹੜੀ ਸੈਂਟਰਲ ਗਵਰਨਮੈਂਟ ਦੀ ਜ਼ਮੀਨ ਹੋਵੇ, ਜਿਹਨੂੰ ਆਜ਼ਾਦੀ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਦੇ ਇਹ ਵਾਅਦੇ ਹੋਣ,
ਤੇ ਉਹ ਜ਼ਮੀਨ ਸਿਰਫ 4 ਸਾਲਾਂ ਲਈ ਗੁਲਸ਼ਨ ਕੁਮਾਰ ਨੂੰ ਵੇਚਣ ਵਾਸਤੇ ਦਿੱਤੀ ਗਈ ਅਧਿਕਾਰੀਆਂ ਵੱਲੋਂ, ਤੇ ਰੈਵਨਿਊ ਰਿਕਾਰਡ ਚੇਂਜ ਕਰਤਾ। ਸੈਂਟਰ ਗਵਰਨਮੈਂਟ ਦੀ ਜ਼ਮੀਨ ਨਾ ਵਿਕ ਸਕਦੀ, ਨਾ ਕਿਤੇ ਹੋਰ ਦੇ ਨਾਮ ਰਿਕਾਰਡ ਚੇਂਜ ਹੋ ਸਕਦਾ। ਜਦੋਂ ਜ਼ਮੀਨ ਵੇਚ ਗਿਆ ਕੁਝ, ਤਾਂ ਵੇਚਣ ਤੋਂ ਬਾਅਦ 4 ਸਾਲ ਬਾਅਦ ਉਹ ਜ਼ਮੀਨ ਫੇਰ ਇਹਨਾਂ ਦੇ ਨਾਮ ਚੜਾ ਦਿੱਤੀ, ਸੈਂਟਰ ਗਵਰਨਮੈਂਟ ਦੀ ਜ਼ਮੀਨ। ਤੇ ਉਸੇ ਜ਼ਮੀਨ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਕਹਿ ਰਹੀ ਹੈ ਮਾਮਲਾ ਦੀਵਾਨੀ ਹੈ, ਸਾਡੇ ਲਾਇਕ ਕਰਨ ਵਾਲੀ ਕੋਈ ਗੱਲ ਹੈ ਨਹੀਂ। ਸੈਂਟਰ ਗਵਰਨਮੈਂਟ ਜ਼ਮੀਨ ਵੇਚ ਜੇ ਗੁਲਸ਼ਨ ਕੁਮਾਰ ਜੀਕੇ ਸਟੇਟ ਵੇਚ ਵੀ ਜਾਏ ਆਜ਼ਾਦੀ ਘੁਲਾਟੀ ਦੀ, ਤੇ ਪੁਲਿਸ ਬਚਾਉਣ ਵਾਸਤੇ ਕਹੇ ਸਾਡੇ ਕਰਨ ਲਈ ਕੁਝ ਨਹੀਂ, ਮਾਮਲਾ ਦੀਵਾਨੀ ਹੈ। ਪਤਾ ਯਾਰ ਪਾਥੀਆਂ ਹੈਗੀਆਂ ਇਹਨਾਂ ਕੋਲੇ, ਆਹ ਗਾਰਡਰ ਪਏ ਹੋਏ ਆ, ਬਾਲੇ ਪਏ ਹੋਏ ਆ। 1500 ਰੁਪਇਆ ਕਮਾਉਂਦੇ ਸੀ ਇਹ, ਹੁਣ 5500 ਨੌਕਰੀ ਕਰਦੇ ਆ। ਇਹ 5500 ਵਾਲਾ ਕਿੱਥੇ ਜੀ ਕੇ ਬਿਲਡਰ ਨਾਲ ਲੜ ਲੇਗਾ। ਇਸ ਕਰਕੇ ਇਹ ਹੈਗੀਆਂ ਰਿਪੋਰਟਾਂ। ਤੇ ਜਦੋਂ ਗਈ ਨੈਸ਼ਨਲ ਕਮਿਸ਼ਨ ਦੀ ਗੱਲ, ਤਾਂ ਨੈਸ਼ਨਲ ਕਮਿਸ਼ਨ ਨੇ ਆਰਡਰ ਕੀਤੇ, ਇਹ ਆਰਡਰ ਕੀਤੇ ਕਿ ਕਬਜ਼ਾ ਖਾਲੀ ਕਰਾਉਣਾ ਪੁਲਿਸ ਦਾ ਕੰਮ ਹੈ, ਪੁਲਿਸ ਕਰੇ ਤੇ ਪੈਰਵੀ ਕਰੇ ਮਾਲ ਵਿਭਾਗ, ਤੇ ਨਾ ਮਾਲ ਵਿਭਾਗ ਨੇ ਕੁਝ ਕੀਤਾ ਤੇ ਨਾ ਕੁਝ ਪੁਲਿਸ ਨੇ। ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਕਿ ਲਿਖਿਆ ਕੀ ਹੈ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟ ਨੇ। ਮੈਂ ਤਾਰੀਫ ਕਰਾਂਗਾ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟ ਦੀ ਕਿ ਉਹਨਾਂ ਨੇ ਘੱਟੋ ਘੱਟ ਇਹਨਾਂ ਦਾ ਹਾਲ ਸਮਝਣ ਦੀ ਕੋਸ਼ਿਸ਼ ਕੀਤੀ ਤੇ ਲਿਖਿਆ ਹੈ ਫਰਦਰ ਇਟ ਇਜ਼ ਆਲਸੋ ਅਬਜ਼ਰਵਡ ਦੈਟ ਦ ਪਲਾਟਸ ਅੰਡਰ ਰੈਫਰੈਂਸ ਡੂ ਨਾਟ ਬਿਲੋਂਗ ਟੂ ਸ਼੍ਰੀ ਗੁਲਸ਼ਨ ਕੁਮਾਰ colonizer. Your office may verify this and advise SP of district to vacate the wrongfully occupied land because physical act is part of police but legal order has to come from district revenue authorities. ਇਹ ਸਾਫ਼ ਤੌਰ ਤੇ ਲਿਖਿਆ ਗਿਆ ਹੈ। ਦੂਜੀ ਗੱਲ ਪੰਜਾਬੀ ਜੇ ਮੈਂ ਸਮਝਾਵਾਂ, ਇਹ ਲਿਖਿਆ ਗਿਆ ਹੈ ਕਿ ਇਹ ਚੀਜ਼ ਇੱਥੇ ਪਾਈ ਗਈ ਹੈ ਕਿ ਜਿਹੜੇ ਪਲਾਟਸ ਦੀ ਗੱਲ ਹੋ ਰਹੀ ਹੈ ਉਹ ਗੁਲਸ਼ਨ ਕੁਮਾਰ ਜਿਹੜੇ ਕੋਲੋਨਾਈਜ਼ਰ ਨੇ ਉਹਨਾਂ ਨਾਲ ਤਾਲੁਕ ਨਹੀਂ ਰੱਖਦੀ, ਤੇ ਤੁਹਾਡਾ ਦਫ਼ਤਰ ਯਾਨੀ ਕਿ ਡੀਸੀ ਸਾਹਿਬ ਨੂੰ ਇਹਨਾਂ ਨੇ ਲਿਖਿਆ ਵੀ ਤੁਹਾਡਾ ਦਫ਼ਤਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਦੇ ਬਣਦੀ ਕਾਰਵਾਈ ਲੀਗਲ ਐਕਸ਼ਨ ਤੁਸੀਂ ਲੈਣਾ ਹੈ, ਜਿਹੜਾ ਫਿਜ਼ੀਕਲ ਐਕਸ਼ਨ ਹੈ ਉਹ ਪੁਲਿਸ ਦਾ ਪਾਰਟ ਹੈ। ਪਰ ਪੁਲਿਸ ਕਹਿੰਦੀ ਹੈ, ਪੁਲਿਸ ਕੀ ਕਹਿੰਦੀ ਹੈ, ਮਾਮਲਾ ਦੀਵਾਨੀ ਹੈ, ਪੁਲਿਸ ਦੇ ਕਰਨ ਯੋਗ ਕੁਝ ਨਹੀਂ ਹੈ, ਮਾਮਲਾ ਦੀਵਾਨੀ। ਇਸ ਤੋਂ ਬਾਅਦ ਵੀ ਜਦੋਂ ਰਿਪੋਰਟ ਕਰਦਾ ਪਟਵਾਰੀ ਕਿ ਤਰਤੀਮਾ ਕਿਵੇਂ ਚੇਂਜ ਹੋਇਆ, ਰੈਵਨਿਊ ਰਿਕਾਰਡ ਕਿਵੇਂ ਬਦਲਿਆ, ਗੁਲਸ਼ਨ ਕੁਮਾਰ ਕਿਵੇਂ ਮਾਲਕ ਬਣਿਆ, ਗੁਲਸ਼ਨ ਕੁਮਾਰ ਕਿਵੇਂ ਵੇਚ ਗਿਆ, ਕਹਿੰਦੇ ਸਾਡੇ ਕੋਲ ਕੋਈ ਰਿਕਾਰਡ ਨਹੀਂ ਆ, ਅਸੀਂ ਕੋਈ ਤਬਦੀਲੀ ਅਜਿਹੀ ਕੀਤੀ ਨਹੀਂ। ਤਾਂ ਫਿਰ ਦੱਸੋ ਵੀ ਸੈਂਟਰ ਗਵਰਨਮੈਂਟ ਦੀ ਜ਼ਮੀਨ ਜਿਹੜੀ ਇਸ ਪਰਿਵਾਰ ਨੂੰ ਮਿਲੀ ਹੈ, ਗੁਲਸ਼ਨ ਕੁਮਾਰ ਜੀਕੇ ਸਟੇਟ ਬਿਲਡਿੰਗ ਜੀਕੇ ਸਟੇਟ ਵਾਲਾ ਕਿਵੇਂ ਵੇਚ ਗਿਆ? ਇਹ ਮਾਲ ਵਿਭਾਗ ਦੇ ਅਧਿਕਾਰੀ ਰਿਕਾਰਡ ਗਾਇਬ ਕੀਤਾ, ਰਿਕਾਰਡ ਬਦਲਿਆ, ਸੈਂਟਰ ਗਵਰਨਮੈਂਟ ਨਾਲ ਸਿੱਧੀ ਠੱਗੀ ਕੀਤੀ ਹੈ, ਤੇ ਪੁਲਿਸ ਕਹਿੰਦੀ ਸੈਂਟਰ ਗਵਰਨਮੈਂਟ ਠੱਗੀ ਹੋ ਗਈ, ਮਾਮਲਾ ਦੀਵਾਨੀ, ਅਸੀਂ ਕੁਝ ਨਹੀਂ ਕਰ ਸਕਦੇ। ਤੇ ਕੀਤੀ ਵੀ ਆਜ਼ਾਦੀ ਘੁਲਾਟੀ ਨਾਲ। ਸ਼ਰਮ ਆਣੀ ਸਾਡੇ ਦੇਸ਼ ਨੂੰ, ਭਾਰਤ ਦੇ ਉਹਨਾਂ ਲੋਕਾਂ ਲਈ ਸ਼ਰਮ ਵਾਲੀ ਗੱਲ ਹੈ ਜਿਹੜੇ ਆਪਣੇ ਬੱਚੇ ਨੂੰ ਫੌਜ ਦੇ ਵਿੱਚ ਭਰਤੀ ਕਰਾਉਂਦੇ ਆ, ਜਿਹੜੇ ਕਹਿੰਦੇ ਦੇਸ਼ ਦੀ ਸੇਵਾ ਕਰੋ, ਆਜ਼ਾਦੀ ਲਈ ਲੜੋ, ਦੇਸ਼ ਨੂੰ ਬਚਾਉਣ ਵਾਸਤੇ ਲੜੋ। ਆਹ ਟੱਬਰ ਤਾਂ ਆਜ਼ਾਦੀ ਦੀ ਲੜਾਈ ਵੀ ਲੜ ਲਿਆ, ਆਹ ਟੱਬਰ ਤਾਂ ਹੋਮਗਾਰਡ 'ਚ ਵੀ ਰਿਹਾ, ਆਹ ਟੱਬਰ ਤਾਂ ਫੌਜ ਦੇ ਵਿੱਚ ਵੀ ਰਿਹਾ, ਤੇ ਡੰਗਰਾਂ ਦਾ ਬਾੜਾ ਸੂਰਾਂ ਦਾ ਬਾੜਾ ਵਰਗਾ ਦਾ ਰਹਿਣ ਸਹਿਣ ਹੈ, ਤੇ 5500 ਰੁਪਏ ਮਹੀਨੇ ਦੀ ਨੌਕਰੀ ਕਰਨ ਵਾਲੇ ਲੋਕ ਹੈ। ਮੈਂ ਇੱਕ ਵਾਰ ਇਹ ਜਿਹੜਾ ਸਰਟੀਫਿਕੇਟ ਹੈ ਦਿਖਾਵਾਂਗਾ ਤੁਹਾਨੂੰ, ਸਰਕਾਰੀ ਦਸਤਾਵੇਜ਼ ਜਿਹੜੇ ਬੋਲਦੇ ਨੇ, ਅਜੈਬ ਸਿੰਘ ਜੀ ਨੇ ਫੜੇ ਹੋਏ ਨੇ, ਇਹਨਾਂ ਦੇ ਪਿਤਾ ਜੀ ਦੀ ਇਹ ਤਸਵੀਰ ਹੈ, ਤੇ ਉੱਤੇ ਤੁਸੀਂ ਆਰਮੀ ਨੰਬਰ ਰੈਂਕ ਐਂਡ ਨੇਮ ਪੜ੍ਹ ਸਕਦੇ ਹੋ। ਇਹ ਉਹਨਾਂ ਦਾ ਰੈਂਕ ਜਿਹੜਾ ਨੰਬਰ ਸੀ ਉਹ ਲਿਖਿਆ ਗਿਆ ਹੈ, ਫਾਦਰਸ ਨੇਮ ਲਿਖਿਆ ਗਿਆ ਹੈ ਅੱਗੇ। ਡੇਟ ਆਫ ਐਨਰੋਲਮੈਂਟ 12 ਨਵੰਬਰ 1941 ਦੇ ਵਿੱਚ ਇਨਰੋਲ ਹੋਏ ਸੀ, ਉਦੋਂ ਸ਼ਾਇਦ 5 ਸਾਲ ਦੀ ਹੁੰਦੀ ਸੀ ਸਰਵਿਸ ਆਰਮੀ ਦੇ ਵਿੱਚ ਜਿਹੜੀ ਹੁੰਦੀ ਸੀ, ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ। ਤੇ ਉਸ ਤੋਂ ਬਾਅਦ ਜਦੋਂ ਡੇਟ ਆਫ ਡਿਸਚਾਰਜ ਰਹੀ ਹੈ ਜੀ 22 ਅਪ੍ਰੈਲ 1946, ਤੇ ਉਸ ਤੋਂ ਬਾਅਦ ਥੱਲੇ ਤੁਸੀਂ ਦੇਖ ਸਕਦੇ ਹੋ ਮੈਡਲ ਜਿਹੜੇ ਨੇ 39/45 ਸਟਾਰ, ਬਰਮਾ ਸਟਾਰ, ਇੱਕ ਵਾਰ ਮੈਡਲ, 3 ਮੈਡਲ ਪ੍ਰਾਪਤ ਇਸ ਫੌਜੀ ਨੇ। ਇਸ ਸਾਬਕਾ ਫੌਜੀ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਜੈ ਜਵਾਨ ਜੈ ਕਿਸਾਨ ਵਾਲੇ ਇਸ ਦੇਸ਼ ਦੇ ਵਿੱਚ ਇਸ ਜਵਾਨ ਦੀ ਜ਼ਮੀਨ ਜੋ ਇਸਨੇ ਪੈਸੇ ਦੇ ਕੇ ਐਜ਼ ਅ ਰਿਵਾਰਡ, ਇਸਨੇ ਖੁਦ ਪੈਸੇ ਵੀ ਭਰੇ ਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ, ਉਹ ਵੀ ਲੈਂਡ ਮਾਫੀਆ ਵੱਲੋਂ ਖੋਹ ਲਈ ਜਾਵੇਗੀ, ਤੇ ਉਸ ਲੈਂਡ ਮਾਫੀਆ ਨੂੰ ਸਰਪ੍ਰਸਤੀ ਦੇਣਗੇ ਸਾਡੇ ਸਿਆਸੀ ਲੀਡਰ। ਬੜੀ ਸ਼ਰਮ ਵਾਲੀ ਗੱਲ ਹੈ। ਦੂਜੀ ਗੱਲ, ਕੈਪਟਨ ਸਾਹਿਬ ਦਾ ਖੁਦ ਆਰਮੀ ਦੇ ਕੈਪਟਨ ਨੇ, ਉਹਨਾਂ ਨੂੰ ਇਹਨਾਂ ਫੌਜੀਆਂ ਦਾ ਦਰਦ ਨਹੀਂ ਆਉਂਦਾ? ਕੈਪਟਨ ਸਾਹਿਬ ਆਰਮੀ ਦੇ ਕੈਪਟਨ ਹੈ, ਦਰਦ ਆਏ ਨਾ ਆਏ, ਪਰ ਮੈਂ ਕੈਪਟਨ ਸਾਹਿਬ ਦੇ ਅੱਗੇ ਕਾਂਗਰਸ ਸਰਕਾਰ ਦੀ ਗੱਲ ਕਰਦਾ। ਭਾਵੇਂ ਇੰਦਰਾ ਗਾਂਧੀ ਜੀ ਜਿੱਦਾਂ ਦੇ ਮਰਜ਼ੀ ਪ੍ਰਾਈਮ ਮਿਨਿਸਟਰ ਸੀ, ਇੰਦਰਾ ਗਾਂਧੀ ਜੀ ਨੂੰ ਚਿੱਠੀ ਲਿਖੀ ਹੈ ਨਾ ਇਸ ਪਰਿਵਾਰ ਨੇ, ਉਹ ਡੇਟ ਵੀ ਹੈਗੀ ਹੈ ਮੇਰੇ ਕੋਲ, 24/10/1980 ਨੂੰ। ਤੁਹਾਨੂੰ ਚਿੱਠੀ ਵੀ ਨਾਲ ਦੀ ਨਾਲ ਤੁਹਾਨੂੰ ਚਿੱਠੀ ਵੀ, ਸਾਰੇ ਕਾਗਜ਼ ਤੁਹਾਨੂੰ ਜਿਹੜੇ ਹੈਗੇ ਨੇ ਉਹ ਨਾਲ ਦੇ ਨਾਲ ਦਿਖਾਵਾਂਗੇ। ਜਿਹੜੀ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਗਈ ਹੈ ਉਹ ਚਿੱਠੀ, ਇਹ ਚਿੱਠੀ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਚਿੱਠੀ ਜ਼ਰੂਰ ਦਿਖਾਵੇ। ਟੂ ਪ੍ਰਾਈਮ ਮਿਨਿਸਟਰ ਆਫ ਇੰਡੀਆ, ਨਿਊ ਦਿੱਲੀ, ਤੇ ਸੱਜੇ ਪਾਸੇ ਉੱਤੇ ਤਰੀਕ ਲਿਖੀ ਹੋਈ ਹੈ ਜੀ 21/10/1980 ਨੂੰ। ਉਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਨ। 1980 ਦੇ ਵਿੱਚ ਜਦੋਂ ਦਾ ਇਹ ਮਾਮਲਾ ਹੈ, 21 ਅਕਤੂਬਰ
ਤੇ 1980 ਨੂੰ ਇਹ ਚਿੱਠੀ ਲਿਖੀ ਗਈ ਹੈ ਤੇ ਚਿੱਠੀ ਜਿਹੜੀ ਹੈ ਉਹ ਖੁਦ ਨਿਰੰਜਨ ਸਿੰਘ ਜੀ ਜੋ ਕਿ ਪਿਤਾ ਨੇ ਅਜੈਬ ਸਿੰਘ ਜੀ ਦੇ ਸਾਬਕਾ ਫੌਜੀ ਜਿਨ੍ਹਾਂ ਨੇ 3 ਮੈਡਲ ਜਿੱਤੇ ਨੇ ਉਹਨਾਂ ਵੱਲੋਂ ਲਿਖੀ ਗਈ ਤੇ 21 ਤੋਂ ਬਾਅਦ ਜਦੋਂ ਚਿੱਠੀ ਲਿਖੀ ਹੈ ਤੇ ਅੱਗੇ ਫਿਰ ਕਾਰਵਾਈ ਕੀ ਅੱਗੇ ਸਿਰਫ 10 ਦਿਨ ਬਾਅਦ ਇੰਦਰਾ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਜੀ ਨੇ ਚਿੱਠੀ ਦੇ ਕਾਰਵਾਈ ਕਰਕੇ 10 ਦਿਨਾਂ ਦੇ ਵਿੱਚ ਇਹਨਾਂ ਦੀ ਜ਼ਮੀਨ ਇਹਨਾਂ ਦੇ ਨਾਮ ਚੜ੍ਹ ਗਈ ਕਿਉਂ ਇਹ ਨਹੀਂ ਕਿ ਉਦੋਂ ਮਿਲੀ 1980 ਚ ਇਹ ਤਾਂ 1960-65 ਦੇ ਖੇਤੀ ਕਰਦੇ ਆ ਸਰਕਾਰ ਨੇ ਜ਼ਮੀਨ ਇਹਨਾਂ ਨੂੰ ਪਹਿਲੀ ਅਲਾਟ ਕਰ ਦਿੱਤੀ ਸੀ ਜਦੋਂ ਨਗਰ ਕੌਂਸਲ ਜਾਂ ਇੱਥੇ ਅਲੱਗ ਡਿਵੈਲਪਮੈਂਟ ਅਥਾਰਟੀ ਬਣੀ ਤਾਂ ਲੁਧਿਆਣੇ 'ਚ ਉਹ ਇਹ ਜ਼ਮੀਨ ਦੀ ਬੋਲੀ ਕਰਾਉਣ ਲੱਗੇ ਤਾਂ ਫਿਰ ਇਹਨਾਂ ਨੇ ਫਟਾਫਟ ਫਿਰ ਆਪਣੇ ਡਿਪਾਰਟਮੈਂਟ ਨਾਲ ਫੌਜ ਨਾਲ ਤਾਲਮੇਲ ਕੀਤਾ ਪ੍ਰਧਾਨ ਮੰਤਰੀ ਜੀ ਨਾਲ ਤਾਲਮੇਲ ਕੀਤਾ 10 ਦਿਨਾਂ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ 10 ਦਿਨਾਂ ਦੇ ਵਿੱਚ ਇਹਨਾਂ ਦੇ ਨਾਮ ਚੜ੍ਹਾ ਦਿੱਤੇ ਆ ਲੋ ਆ ਫਿਰ ਜਿਹੜੀ ਮਾੜੀ ਮੋਟੀ ਬੋਲੀ ਲੱਗਣੀ ਸੀ 1500 ਕੁਛ ਰੁਪਇਆ ਉਹ ਪੈਸੇ ਵੀ ਇਹਨਾਂ ਨੇ ਦਿੱਤੇ ਆ ਤੇ ਉਹ ਇੰਨੀ ਵਧੀਆ ਕਾਰਵਾਈ ਇੰਦਰਾ ਗਾਂਧੀ ਜੀ ਕਰ ਗਏ ਭਾਵੇਂ ਕਿਸੇ ਕਾਰਨ ਬਦਨਾਮ ਆ ਜਾਂ ਚੰਗੇ ਆ ਪਰ ਕੈਪਟਨ ਅਮਰਿੰਦਰ ਸਰ ਕੀ ਕਰ ਰਹੇ ਆ ਉਹ ਕਾਂਗਰਸ ਦੇ ਮੰਤਰੀ ਵੀ ਹੈ ਤੇ ਕੈਪਟਨ ਵੀ ਹੈ ਫੌਜ ਦੇ ਵਿੱਚੋਂ ਤੇ ਆਹ ਠੱਗੀ ਜਿਹੜੀ ਹੋਈ ਹੈ ਇਹ ਆਰਮੀ ਅਫਸਰ ਨਾਲ ਹੋਈ ਹੈ ਛੋਟਾ ਮੋਟਾ ਆਰਮੀ ਅਫਸਰ ਨਹੀਂ ਛੋਟਾ ਮੋਟਾ ਆਰਮੀ ਵਾਲਾ ਨਹੀਂ ਆਜ਼ਾਦੀ ਦੀ ਲੜਾਈ ਲੜਨ ਵਾਲਾ ਬਰਮਾ ਦੇ ਵਿੱਚ ਦੂਜਾ ਵਿਸ਼ਵ ਯੁੱਧ ਲੜਨ ਵਾਲਾ ਉਹਨੂੰ ਮਾਨ ਸਨਮਾਨ ਦੇਣ ਵਾਸਤੇ ਆ ਜਮਾਨ ਮਿਲੀ ਹੈ ਜ਼ਮੀਨ 3 ਮੈਡਲ ਜਿੱਤੇ ਆ ਕੈਪਟਨ ਸਾਹਿਬ ਨੇ 3 ਮੈਡਲ ਪਤਾ ਨਹੀਂ ਜਿੱਤੇ ਕਿ ਨਹੀਂ ਜਿੱਤੇ ਗੋਲੀ ਖਾਈ ਹੈ ਕਿ ਨਹੀਂ ਖਾਈ ਪਤਾ ਨਹੀਂ ਮੈਦਾਨ 'ਚ ਕਦੇ ਦੁਸ਼ਮਣ ਅੱਗੇ ਲੜੇ ਕਿ ਨਹੀਂ ਲੜੇ ਪਤਾ ਨਹੀਂ ਪਰ ਇਹ ਪਰਿਵਾਰ ਤਾਂ ਲੜਿਆ ਹੈ ਗੋਲੀਆਂ ਦੇ ਵਿੱਚ ਰਿਹਾ ਹੈ ਪਤਾ ਨਹੀਂ ਕਿਵੇਂ ਬਚਾ ਕੇ ਆਏ ਤੇ ਅੱਜ ਇਹਨਾਂ ਦੇ ਹਾਲ ਤੁਸੀਂ ਦੇਖ ਲਓ ਸਿਰਫ ਠੱਗ ਬਿਲਡਰਾਂ ਕਰਕੇ ਨਟਵਰ ਲਾਲ ਕਰਕੇ ਐਦਾਂ ਦੇ ਨਟਵਰ ਲਾਲ ਨੂੰ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੱਥ ਪਾ ਲੇ ਤਾਂ ਇਸ ਪਰਿਵਾਰ ਨੂੰ ਇਨਸਾਫ ਮਿਲ ਸਕਦਾ ਪਰ ਮਿਲਦਾ ਕਿਉਂ ਨਹੀਂ ਠੱਗ ਨਟਵਰ ਲਾਲ ਦੀਆਂ ਫੋਟੋਆਂ ਦਿਖਾਓ ਤੁਸੀਂ ਕਿਹੜੇ ਮੰਤਰੀ ਨਾਲ ਨਹੀਂ ਹੈ ਕਿਹੜੀ ਪਾਰਟੀ ਨਾਲ ਨਹੀਂ ਹੈ ਕਾਂਗਰਸ ਨਾਲ ਵੀ ਹੈ ਅਕਾਲੀਆਂ ਨਾਲ ਵੀ ਹੈ ਬੀਜੇਪੀ ਨਾਲ ਵੀ ਹੈ ਸਭ ਨਾਲ ਫੋਟੋਆਂ ਤੇ 20-25 ਸਾਲ 'ਚੋਂ ਕਰੋੜਪਤੀ ਬਣ ਗਿਆ ਅਰਬਪਤੀ ਬਣ ਗਿਆ ਤੇ ਉਹ ਸਾਡੇ ਵਰਗੇ ਨੂੰ ਆਵਾਜ਼ ਚੱਕਣ ਵਾਲੇ ਕਹਿੰਦਾ ਇਹ ਬਲੈਕਮੇਲਰ ਹੈ ਉਹ ਸਾਡੇ ਵਰਗੇ ਨੂੰ ਆਵਾਜ਼ ਚੱਕਣ ਵਾਲਾ ਬਲੈਕਮੇਲਰ ਕਹਿੰਦਾ ਤੇ ਆਹ ਹਾਲ ਕਰ ਦਿੱਤਾ ਗਲਾਡਾ ਦੇ ਅਧਿਕਾਰੀ ਨੇ ਲੁਧਿਆਣਾ ਪੁਲਿਸ ਨੇ ਪੰਜਾਬ ਸਰਕਾਰ ਨੇ ਮਿਲ ਕੇ ਔਰ ਐਸਸੀ ਕਮਿਸ਼ਨ ਦੀ ਚਿੱਠੀਆਂ ਤੁਸੀਂ ਦੇਖ ਲਓ ਐਸਸੀ ਕਮਿਸ਼ਨ ਨੇ ਆਰਡਰ ਕਰ ਦਿੱਤੇ ਦੱਸੋ ਪੰਜਾਬ ਸਰਕਾਰ ਨੇ ਜਾਂ ਡਿਪਟੀ ਕਮਿਸ਼ਨਰ ਨੇ ਹੁਣ ਤੱਕ ਕੀ ਕੀਤਾ ਐਸਸੀ ਕਮਿਸ਼ਨ ਤੁਸੀਂ ਪੜ੍ਹ ਚੁੱਕੇ ਆ ਆਰਡਰ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਕੋਈ ਕਾਰਵਾਈ ਨਹੀਂ ਹੋਈ ਕੋਈ ਪਰਚਾ ਦਰਜ ਨਹੀਂ ਹੋਇਆ ਤੇ ਜਿਹੜੀ ਇੰਦਰਾ ਗਾਂਧੀ ਜੀ ਦੇ ਟਾਈਮ ਹਫ਼ਤੇ 'ਚ ਕਾਰਵਾਈ ਹੋ ਗਈ ਐਸਸੀ ਕਮਿਸ਼ਨ ਦੇ ਆਰਡਰ 2 ਸਾਲ ਬਾਅਦ ਡਿਪਟੀ ਕਮਿਸ਼ਨਰ ਜਿਹੜਾ ਲੁਧਿਆਣਾ ਰਿਪੋਰਟ ਭੇਜ ਰਿਹਾ ਐਸਸੀ ਕਮਿਸ਼ਨ ਨੂੰ ਕੀ ਉਹ ਇੰਨਾ ਬਿਜੀ ਹੈ ਕਿ ਇੰਨੇ ਪੈਸੇ ਚੜ੍ਹ ਗਏ ਡੀਸੀ ਦੇ ਲੁਧਿਆਣੇ ਵਾਲੇ ਦੇ 2 ਸਾਲ ਤੱਕ ਰਿਪੋਰਟ ਹੀ ਨਾ ਭੇਜੇ ਚਲੋ ਰਿਪੋਰਟ ਭੇਜ ਦਿੱਤੀ ਹੁਣ ਪਰਚਾ ਦਰਜ ਕਿਉਂ ਨਹੀਂ ਕੀ ਐਸਐਸਪੀ ਲੁਧਿਆਣਾ ਉਹਨੂੰ ਨਜ਼ਰ ਨਹੀਂ ਆਉਂਦਾ ਵੀ ਠੱਗੀ ਹੋਈ ਹੈ ਇੱਕ ਆਜ਼ਾਦੀ ਘੁਲਾਟੀ ਨਾਲ ਠੱਗੀ ਹੋਈ ਹੈ ਸੈਂਟਰ ਗਵਰਨਮੈਂਟ ਦੀ ਜ਼ਮੀਨ ਨਾਲ ਠੱਗੀ ਹੋਈ ਹੈ ਰੈਵਨਿਊ ਰਿਕਾਰਡ ਪੇਪਰ ਸਾਰੇ ਹੈ ਤੇ ਕਿੰਨੀ ਬੇਸ਼ਰਮ ਹੈ ਲੁਧਿਆਣਾ ਪੁਲਿਸ ਜਿਹੜੀ ਲਿਖਦੀ ਹੈ ਕਿ ਸਾਡੇ ਕਰਨ ਦੀ ਕੋਈ ਕਾਰਵਾਈ ਨਹੀਂ ਫਿਰ ਦੱਸੋ ਭਾਈ ਕਿੱਥੇ ਜਾਏ ਪਾਕਿਸਤਾਨ ਜਾਣੇ ਹੈ ਜਾਏ ਬਰਮਾ ਜਾਣ ਜਾਂ ਪਾਕਿਸਤਾਨ ਜਾਣ ਇਨਸਾਫ ਮੰਗਣ ਵੀ ਅਸੀਂ ਰੁਲ ਰਹੇ ਹਾਂ ਯਾਰ ਕਿੱਥੇ ਜਾਣਗੇ ਪੁਲਿਸ ਵੀ ਜਾਣਗੇ ਪੁਲਿਸ ਇਹਨਾਂ ਦੀ ਬਾਂਹ ਨਹੀਂ ਫੜਦੀ ਡਿਪਟੀ ਕਮਿਸ਼ਨਰ ਕੋਲ ਜਾਣਗੇ ਉਹ ਇਹਨਾਂ ਦੀ ਬਾਂਹ ਨਹੀਂ ਫੜਦਾ ਪੰਜਾਬ ਸਰਕਾਰ ਇਹਨਾਂ ਦੀ ਬਾਂਹ ਨਹੀਂ ਫੜਦੀ ਸੈਂਟਰ ਗਵਰਨਮੈਂਟ ਬਾਂਹ ਨਹੀਂ ਫੜਦੀ ਇਹ ਸ਼ਰਮ ਮਹਿਸੂਸ ਕਰਦੇ ਆ ਕਿ ਭਾਰਤ ਦੇ ਵਸਿੰਦੇ ਹੈ ਇਹ ਸ਼ਰਮ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਵਸਿੰਦੇ ਆ ਆ ਜਿਹੜੇ ਐਸਸੀ ਦੇ ਸ਼ਡਿਊਲ ਕਾਸਟਾਂ ਦੇ ਦਲਿਤਾਂ ਦੇ ਠੇਕੇਦਾਰ ਬਣੀ ਫਿਰਦੇ ਆ ਅੱਜ ਕੱਲ੍ਹ ਨਵਾਂ ਇੱਕ ਟ੍ਰੈਂਡ ਚੱਲਿਆ ਨਾ ਜੀ ਬੀਜੇਪੀ ਕਹਿੰਦੀ ਅਸੀਂ ਸੀਐਮ ਬਣਾਵਾਂਗੇ ਦਲਿਤ ਚਿਹਰਾ ਅਕਾਲੀ ਦਲ ਕਹਿੰਦਾ ਅਸੀਂ ਡਿਪਟੀ ਸੀਐਮ ਬਣਾਵਾਂਗੇ ਦਲਿਤ ਚਿਹਰਾ ਤਾਂ ਇਹ ਕੁਛ ਹੁਣ ਹੈ ਦਲਿਤਾਂ ਦੀ ਸਾਰ ਤਾਂ ਲੈਂਦੇ ਨਹੀਂ ਦਲਿਤ ਪਰਿਵਾਰ ਹੈ ਉਹਨਾਂ ਦੀ ਜ਼ਮੀਨ ਵੀ ਗਈ ਉਹਨਾਂ ਦੇ ਪਿਤਾ ਨੂੰ ਜੋ ਮਿਲੀ ਸੀ ਜ਼ਮੀਨ ਉਹ ਵੀ ਗਈ ਠੱਗੀਆਂ ਮਾਰੀਆਂ ਹੁਣ ਖੇਤੀ ਵੀ ਨਹੀਂ ਕਰ ਸਕਦੇ ਜਿਹੜੀ ਮਾੜੀ ਮੋਟੀ ਕਰਦੇ ਸੀ ਤੇ ਜਦ ਦਲਿਤ ਦਾ ਇਹ ਹਾਲ ਹੋ ਰਿਹਾ ਹੈ ਤੇ ਇਹਨਾਂ ਨੇ ਸੀਐਮ ਬਣ ਕੇ ਕੀ ਲੈਣਾ ਮੈਂ ਕਹਿੰਦਾ ਦਲਿਤਾਂ ਦੇ ਨਾਂ ਤੇ ਦੁਕਾਨਦਾਰੀਆਂ ਕਰਨ ਵਾਲੇ ਲੋਕ ਭਾਵੇਂ ਬੀਜੇਪੀ ਹੋਏ ਭਾਵੇਂ ਕੋਈ ਅਕਾਲੀ ਹੋਣ ਭਾਵੇਂ ਕੋਈ ਬਹੁਜਨ ਸਮਾਜ ਪਾਰਟੀ ਹੋਏ ਜਾਂ ਕੋਈ ਹੋਰ ਹੋਏ ਯਾਰ ਦਲਿਤਾਂ ਦੇ ਨਾਂ ਤੇ ਦੁਕਾਨਦਾਰੀਆਂ ਕਰਦੇ ਆ ਦਲਿਤਾਂ ਦੀ ਬਾਂਹ ਤਾਂ ਫੜ ਲਓ ਇਹ ਕੋਈ ਤੁਹਾਡਾ ਸਰਮਾਇਆ ਹੈ ਦਲਿਤਾਂ ਦਾ ਇਹ ਸਰਮਾਇਆ ਜਿਹਨੇ ਦੇਸ਼ ਦੀ ਆਜ਼ਾਦੀ ਲੜੀ ਹੈ ਆਜ਼ਾਦੀ ਦੀ ਜੰਗ ਲੜੀ ਹੈ ਜੇਲ੍ਹਾਂ 'ਚ ਰਹੇ ਹੈ ਤੇ ਦੂਜੇ ਵਿਸ਼ਵ ਯੁੱਧ ਲੜਿਆ ਇਹ ਸਰਮਾਏ ਨੂੰ ਤੁਸੀਂ ਇਨਸਾਫ ਨਹੀਂ ਦਵਾ ਸਕਦੇ ਆਮ ਦਲਿਤਾਂ ਨੂੰ ਤੁਸੀਂ ਕੀ ਇਨਸਾਫ ਦਿਓਗੇ ਇਹ ਸਿਰਫ ਲਾਰੇਬਾਜ਼ੀ ਹੈ ਕਿ ਮੁੱਖ ਮੰਤਰੀ ਉਪ ਮੁੱਖ ਮੰਤਰੀ ਦਲਿਤ ਹੋਣਾ ਚਾਹੀਦਾ ਇਹ ਤਾਂ 5500 ਦੀ ਨੌਕਰੀ ਕਰਨ ਵਾਲਾ ਬੱਕਰੀਆਂ ਨਹੀਂ ਰੱਖ ਸਕਦੇ ਲੋਕ ਤੁਸੀਂ ਦਲਿਤਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਦੇ ਇਹਨਾਂ ਨੂੰ ਇਨਸਾਫ ਦਿਓ ਫਿਰ ਤਾਂ ਇਹ ਤੁਹਾਨੂੰ ਮੰਨੀਏ ਅਜੈਬ ਸਿੰਘ ਜੀ ਕਦੋਂ ਤੋਂ ਕਬਜ਼ਾ ਜਿਹੜਾ ਹੈਗਾ ਉਹ ਤੁਹਾਨੂੰ ਤੁਹਾਡੀ ਨੋਟਿਸ 'ਚ ਆਇਆ ਵੀ ਇਹ ਕਬਜ਼ਾ ਹੋਣਾ ਸ਼ੁਰੂ ਹੋਇਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਪਣੀ ਆਵਾਜ਼ ਚੁੱਕਦਿਆਂ ਨੂੰ ਜਾਂ ਫਿਰ ਤੁਹਾਨੂੰ ਸਰਕਾਰੀ ਦਰਬਾਰੇ ਜਾਂਦਿਆਂ ਨੂੰ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਮੈਂ ਤਾਂ 2002 ਦਾ ਨੱਠਿਆ ਫਿਰਦਾ ਵਾਂ 2003 ਦੇ ਵਿੱਚ ਮੈਂ ਆਪਦੀ ਨੌਕਰੀ ਛੱਡਿਆ ਆਇਆ ਵਾਂ ਉਦੋਂ ਤਾਂ ਸਰਕਾਰ ਵੀ ਕੈਪਟਨ ਸਾਹਿਬ ਦੀ ਸੀ ਨੌਕਰੀ ਵੀ ਛੱਡਿਆ ਆ ਜ਼ਮੀਨ ਦੇ ਪਿੱਛੇ ਮੈਂ ਨੌਕਰੀ ਛੱਡ ਕੇ ਆ ਗਿਆ ਪੁਲਿਸ ਕੋਲ ਜਾਂਦਾ ਰਿਹਾ ਕੋਈ ਪੁਲਿਸ ਨਹੀਂ ਬਾਂਹ ਫੜਦੀ ਹੁਣ ਥਾਣੇ ਫੋਕਲ ਪੁਆਇੰਟ ਵਰਧਮਾਨ ਚਿੱਠੀਆਂ ਗਈਆਂ ਨੇ ਉਹ ਚਿੱਠੀਆਂ ਮੈਂ ਕਰਾ ਕੇ ਮਾਰਕ
ਚੌਂਕੀ ਭੇਜੀ ਆ। ਚੌਂਕੀ ਇੱਥੇ ਇੰਚਾਰਜ ਹੈਗਾ ਵਾ ਦਵਿੰਦਰ ਸਿੰਘ, ਉਹ ਕਹਿ ਦਿੰਦਾ ਮੈਂ ਜਦੋਂ ਜਾਣਾ ਜਦੀ ਕਹਿ ਦਿੰਦਾ ਹਾਲੇ ਤੁਹਾਡੀ ਕੋਈ ਚਿੱਠੀ ਨਹੀਂ ਆਈ, ਇੱਕ ਸਾਡੇ ਕੋਲ ਆਈ ਪਈ ਆ, ਜੇ ਉਹ ਆਊਗੀ ਮੈਂ ਐਂ ਕਰੂੰਗਾ, ਮੈਂ ਜੇ ਕਰੂੰਗਾ, ਮੈਂ ਉਹ ਕਰੂੰਗਾ, ਲਾਰਾ ਲਾ ਕੇ ਮੋੜ ਦਿੰਦਾ। ਤੁਸੀਂ ਨਹੀਂ, ਜਦੋਂ ਇਹਨਾਂ ਨੇ ਕਬਜ਼ਾ ਕਰਨਾ ਸ਼ੁਰੂ ਕੀਤਾ, ਕਬਜ਼ਾ ਕਿਹਨੇ ਕੀਤਾ? ਕਬਜ਼ਾ ਆਪਣੇ ਇਹਨੇ ਡੀਲਰ ਨੇ ਕੀਤਾ ਵਾ। ਕੀ ਨਾਮ ਹੈ ਉਹਦਾ? ਗੁਲਸ਼ਨ ਕੁਮਾਰ। ਤੁਸੀਂ ਉਹਨੂੰ ਕਿਹਾ ਨਹੀਂ ਵੀ ਇਹ ਜ਼ਮੀਨ ਮੇਰੀ ਹੈ, ਕਾਗਜ਼ਾਂ 'ਚ ਬੋਲਦੀ ਹੈ ਮੇਰੀ ਜ਼ਮੀਨ? ਮੈਨੂੰ ਕਹਿੰਦਾ ਗੋਲੀ ਮਾਰ ਕੇ ਨਹਿਰ 'ਚ ਸਿੱਟਿਆਉਂਗਾ। ਘਰ ਵਾਲੀ ਮੇਰੇ ਨਾਲ ਸੀ, ਮੇਰੇ ਗਾਲਾਂ ਕੱਢੀਆਂ ਸਾਨੂੰ ਉਹਨੇ, ਅਸੀਂ ਆਪਦੇ ਬੱਚੇ ਪਾਲੀਏ ਕਿ ਉਹਦੀ ਗੋਲੀ ਖਾਈਏ ਜੀ? ਬੱਚੇ ਪਾਲਣੇ ਨੇ ਅਸੀਂ, ਮੈਂ ਡਰ ਕੇ ਘਰ ਨੂੰ ਆ ਗਿਆ। ਨਹੀਂ, ਜਿਹੜੇ ਅੱਜ ਕੱਲ੍ਹ ਰੌਲਾ ਪਾ ਰਹੇ ਨੇ ਵੀ ਅਸੀਂ ਦਲਿਤ ਨੂੰ ਮੁੱਖ ਮੰਤਰੀ ਬਣਾਵਾਂਗੇ, ਦਲਿਤ ਨੂੰ ਡਿਪਟੀ ਸੀਐਮ ਬਣਾਵਾਂਗੇ, ਉਹ ਤੁਹਾਡੇ ਘਰੇ ਜਾਂ ਉਹਨਾਂ ਦੇ ਕੋਈ ਅੱਗੇ ਮੂੰਹਤਵਾਰ ਬੰਦੇ ਤੁਹਾਡੇ ਤੱਕ ਪਹੁੰਚੇ ਵੀ ਦੁੱਖ ਤਕਲੀਫ ਹੈਗੀ ਹੈ ਜੈਪ ਸਿੰਘ? ਕੋਈ ਨਹੀਂ ਪਹੁੰਚਿਆ, ਕਿਸੇ ਨੇ ਮੇਰੀ ਬਾਂਹ ਨਹੀਂ ਫੜੀ ਅੱਜ ਤੱਕ। ਮੈਂ ਆਪ ਜਾਂਦਾ ਰਿਹਾ, ਮੇਰੀ ਕਿਸੇ ਨੇ ਸੁਣਵਾਈ ਹੋਈ ਨਹੀਂ ਕੀਤੀ ਲੁਧਿਆਣੇ, ਨਾ ਡੀਸੀ ਨੇ, ਨਾ ਹੋਰ ਨੇ ਕਿਸੇ ਨੇ, ਨਾ ਕੋਈ ਵੱਡੇ ਪੁਲਿਸ ਵਾਲੇ ਅਫਸਰ ਨੇ, ਕਿਸੇ ਨੇ ਸੁਣਵਾਈ ਨਹੀਂ ਕੀਤੀ ਹੈ। ਆ ਚੌਂਕੀ ਦੇ ਵਿੱਚ ਮੇਰੀ ਫਾਰਮ ਆਏ ਪਏ ਨੇ, ਇਹ ਨਹੀਂ ਮੈਨੂੰ ਕੁਛ ਕਰਨ ਦਿੰਦੇ ਹੈਗੇ। ਬੜੀ ਲਾਰਾ ਲਾ ਕੇ ਮੋੜ ਬੜੀ ਤਰਾਸਦੀ ਵਾਲੀ ਗੱਲ ਹੈ ਕੈਪਟਨ ਸਾਹਿਬ, ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਆਰਮੀ ਦੇ ਤੁਸੀਂ ਕੈਪਟਨ ਹੋ, ਫੌਜੀਆਂ ਨੂੰ ਤੁਹਾਡੇ ਤੋਂ ਬਹੁਤ ਉਮੀਦ ਸੀ ਤੇ ਫੌਜੀ ਪਰਿਵਾਰਾਂ ਨੂੰ ਵੀ ਤੁਹਾਡੇ ਤੋਂ ਬਹੁਤ ਉਮੀਦ ਸੀ, ਪਰ ਜੋ ਕੁਝ ਇਸ ਵੇਲੇ ਨਿਰੰਜਨ ਸਿੰਘ ਜੀ ਦੇ ਪਰਿਵਾਰ ਨਾਲ ਹੋਇਆ, ਨਿਰੰਜਨ ਸਿੰਘ ਜਿਨ੍ਹਾਂ ਨੂੰ 3 ਮੈਡਲ ਮਿਲੇ ਨੇ, ਜਿਨ੍ਹਾਂ ਨੂੰ ਤੁਹਾਡੀ ਹੀ ਪਾਰਟੀ ਦੇ ਇੰਦਰਾ ਗਾਂਧੀ ਜੋ ਪ੍ਰਧਾਨ ਮੰਤਰੀ ਰਹੇ ਨੇ, ਉਹਨਾਂ ਨੇ 1980 ਦੇ ਵਿੱਚ ਸਿਰਫ 10 ਦਿਨਾਂ ਦੇ ਵਿੱਚ 6 ਬਿਘੇ ਜ਼ਮੀਨ ਦਵਾ ਦਿੱਤੀ ਸੀ। ਮਾਫ ਕਰਿਓ ਕੈਪਟਨ ਸਾਹਿਬ, 19 ਸਾਲ ਹੋ ਗਏ ਨੇ ਧੱਕੇ ਖਾਂਦਿਆਂ ਨੂੰ। 2002 ਚ ਵੀ ਤੁਹਾਡੀ ਸਰਕਾਰ ਸੀ, ਹੁਣ ਵੀ ਤੁਹਾਡੀ ਸਰਕਾਰ ਹੈ, ਉਹ ਧੱਕੇ ਅੱਜ ਵੀ ਖਾ ਰਹੇ ਨੇ। ਮੈਨੂੰ ਅਫਸੋਸ ਉਦੋਂ ਹੋਰ ਜ਼ਿਆਦਾ ਹੁੰਦਾ ਹੈ ਜਦੋਂ ਉਹਨਾਂ ਠੱਗ ਬਿਲਡਰਾਂ ਦੀਆਂ, ਲੈਂਡ ਮਾਫੀਆ ਦੀਆਂ ਤਸਵੀਰਾਂ ਤੁਹਾਡੇ ਨਾਲ ਦੇਖਣ ਨੂੰ ਮਿਲਦੀਆਂ ਨੇ। ਉਹ ਤਸਵੀਰਾਂ ਦਰਸ਼ਕ ਵੀ ਦੇਖ ਸਕਦੇ ਨੇ, ਤੁਹਾਡੀ ਸਕਰੀਨ ਤੇ ਇਸ ਵੇਲੇ ਉਹ ਤਸਵੀਰਾਂ ਨੇ। ਕੈਪਟਨ ਸਾਹਿਬ ਨਾਲ ਵੀ ਹੈ, ਗੁਲਸ਼ਨ ਕੁਮਾਰ ਦੀ, ਉਹਨਾਂ ਦੇ ਬੇਟੇ ਦੀ ਰੋਹਿਤ ਨਾਮ ਹੈ, ਤੇ ਹੋਰ ਕਿਹੜਾ ਲੀਡਰ ਹੈ, ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ। ਰਾਣਾ ਗੁਰਮੀਤ ਨਾਲ ਫੋਟੋ ਹੈ, ਬੀਜੇਪੀ ਦੇ ਬੰਦਿਆਂ ਨਾਲ ਫੋਟੋ ਹੈ। ਹੁਣ ਬੰਦਾ ਜਾਵੇ ਤਾਂ ਜਾਵੇ ਕਿੱਥੇ? ਤੁਸੀਂ ਆਰਮੀ ਦੇ ਵੀ ਹੈਗੇ ਹੋ, ਤੁਹਾਨੂੰ ਦੁੱਖ ਹੋਣਾ ਚਾਹੀਦਾ ਸੀ ਇਸ ਪਰਿਵਾਰ ਦਾ, ਪਰ ਅਫਸੋਸ ਤੁਹਾਨੂੰ ਸ਼ਾਇਦ ਕੀਰਤੀ ਵੋਟ ਬੈਂਕ ਨਹੀਂ ਚਾਹੀਦਾ, ਤੁਹਾਨੂੰ ਚਾਹੀਦਾ ਹੈ ਠੱਗੀਆਂ ਵਾਲਾ, ਚੋਰਾਂ ਵਾਲਾ ਨੋਟ ਬੈਂਕ, ਜੋ ਸ਼ਾਇਦ ਇਹ ਗਰੀਬ ਦੇ ਨਹੀਂ ਸਕਦੇ। ਕਿਉਂ? ਦੇਖੋ ਜੀ, ਮੁੱਖ ਮੰਤਰੀ ਸਾਹਿਬ ਅਪੀਲ ਹੈ ਕਿ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਆਪਣੀ ਲੁਧਿਆਣਾ ਪੁਲਿਸ ਨੂੰ ਕਾਬੂ ਕਰ ਲਓ। ਆ 6 ਬਿੱਗੇ ਦੇ ਵਿੱਚ 8 ਕੋਠੀਆਂ ਬਣਾ ਕੇ ਬਿਲਡਰ ਵੇਚ ਕੇ ਤੁਹਾਡੀ ਪੁਲਿਸ ਬਚਾ ਰਹੀ ਹੈ। ਅੱਜ ਇਸ ਗਰੀਬ ਨੂੰ ਇਹਦੀ ਜ਼ਮੀਨ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਗੁੰਡਿਆਂ ਵੱਲੋਂ, ਜੀਕੇ ਸਟੇਟ ਦੇ ਵੱਲੋਂ। ਉੱਥੇ ਕੋਰਟ ਦੇ ਆਰਡਰ ਹੋਣ ਤੋਂ ਬਾਅਦ, ਬੜੇ ਸਾਰੇ ਡਿਪਾਰਟਮੈਂਟ ਦੇ ਆਰਡਰ ਹੋਣ ਤੋਂ ਬਾਅਦ ਤਾਰਾਂ ਲਗਾਈਆਂ ਜਾ ਰਹੀਆਂ, ਗਨਮੈਨ ਬੈਠੇ ਕਹਿੰਦੇ ਗੋਲੀ ਮਾਰ ਦਾਂਗੇ। ਇਹ ਤੁਹਾਡੀ ਲੁਧਿਆਣਾ ਪੁਲਿਸ ਦਾ ਹਾਲ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਦਾ ਦੇਖ ਲਓ ਹਾਲ, ਜਿਹਨੇ ਇਸ ਗਰੀਬ ਨੂੰ ਬਚਾਉਣਾ ਸੀ। ਕੀ ਕਰਦੇ ਰਹੇ ਡਿਪਟੀ ਕਮਿਸ਼ਨਰ ਤੁਹਾਡੇ? ਆ ਹੋਰ ਦੇਖ ਲਓ, ਗਲਾਡਾ ਦੇ ਅਧਿਕਾਰੀ ਜਿਹੜੇ ਨੇ ਇਸ ਗਰੀਬ ਨੂੰ ਬਚਾਉਣਾ ਸੀ, ਆਜ਼ਾਦੀ ਘੁਲਾਟੇ ਨੂੰ, ਉਹ ਠੱਗਾਂ ਨਾਲ ਮਿਲੇ ਹੋਏ ਨਟਵਰ ਲਾਲ ਨਾਲ। ਨਟਵਰ ਲਾਲ ਸੱਚੀ ਤਾਜ ਮਹਿਲ ਵੇਚ ਗਿਆ 3 ਵਾਰ, ਨਟਵਰ ਲਾਲ ਸੱਚੀ ਲਾਲ ਕਿਲਾ ਵੇਚ ਗਿਆ। ਆ ਤੁਹਾਡੇ ਨਟਵਰ ਲਾਲਾਂ ਦੇ ਹਿੱਸੇਦਾਰ ਬੈਠੇ, ਗਲਾਡੇ ਦੇ ਅਧਿਕਾਰੀ, ਪੁਲਿਸ ਅਧਿਕਾਰੀ, ਡਿਪਟੀ ਕਮਿਸ਼ਨਰ, ਆ ਸਰਕਾਰੀ ਜ਼ਮੀਨ ਵੇਚ ਕੇ ਆਜ਼ਾਦੀ ਘੁਲਾਟੀ ਦੀ ਸੈਂਟਰ ਗਵਰਨਮੈਂਟ ਦੀ ਪੇਪਰਾਂ 'ਚ ਅੱਜ ਵੀ ਨਾਮ ਹੈ। ਤੁਹਾਡੇ ਦੇਸ਼ ਦੇ ਕਾਨੂੰਨ ਕਹਿੰਦੇ, ਸਾਡੇ ਦੇਸ਼ ਦੇ ਕਾਨੂੰਨ ਕਹਿੰਦੇ ਕਿ ਸੈਂਟਰ ਗਵਰਨਮੈਂਟ ਦੀ ਜ਼ਮੀਨ ਵੇਚੀ ਨਹੀਂ ਜਾ ਸਕਦੀ, ਪਰ ਇਹ ਨਟਵਰ ਲਾਲ ਜੀਕੇ ਸਟੇਟ ਵਾਲਾ ਲਾਲ ਕਿਲੇ ਦੀ ਤਰ੍ਹਾਂ ਸੈਂਟਰ ਗਵਰਨਮੈਂਟ ਦੀ ਜ਼ਮੀਨ ਵੇਚ ਗਿਆ। ਸ਼ਰਮ ਕਰੋ, ਆਪਣੇ ਅਧਿਕਾਰੀਆਂ ਨੂੰ ਨੱਥ ਪਾਓ, ਇਸ ਗਰੀਬ ਨੂੰ ਇਨਸਾਫ ਦਿਵਾਓ। ਵੋਟਾਂ ਤਾਂ ਆਉਂਦੀ ਜਾਂਦੀਆਂ ਰਹਿਣੀਆਂ। ਔਰ ਮੈਂ ਹੋਰ ਗੱਲ ਕਰਦਾ, ਸਰਕਾਰਾਂ ਦਾ 5 ਸਾਲ ਦੀਆਂ ਕੱਚੇ ਮੁਲਾਜ਼ਮ ਹੈ, ਆਉਂਦੀਆਂ ਜਾਂਦੀਆਂ ਰਹਿੰਦੀਆਂ। ਇਹਨਾਂ ਲੋਕਾਂ ਦੀ ਬਾਂਹ ਫੜੋ, ਗਰੀਬਾਂ ਦੀ। ਇਹ ਸਰਕਾਰਾਂ ਹੋ ਸਕਦਾ ਤੁਹਾਡੀਆਂ ਹੀ ਬਣ ਜਾਣ। ਤੁਹਾਨੂੰ ਇੱਕ ਵਾਰ ਮੈਂ ਦਸਤਾਵੇਜ਼ ਦੁਆਰਾ ਇੱਕ ਵਾਰ ਜਿਹੜੇ ਓਰੀਜਨਲ ਨੇ ਉਹ ਤੁਹਾਨੂੰ ਦਿਖਾਉਣਾ ਜ਼ਰੂਰ ਚਾਹਾਂਗਾ। ਸਾਡੇ ਇਹ ਜਿਹੜਾ ਰੈਵਨਿਊ ਪੰਜਾਬ ਗਵਰਨਮੈਂਟ ਡਿਪਾਰਟਮੈਂਟ ਆਫ ਰੀਹੈਬਿਲਿਟੇਸ਼ਨ ਦਾ ਜਿਹੜਾ ਇਹ ਸਰਟੀਫਿਕੇਟ ਹੈਗਾ, ਕੈਮਰਾ ਪਰਸਨ ਨੂੰ ਕਹਾਂਗਾ ਇਹਨੂੰ ਦਿਖਾਵੇ। ਤੇ ਜਿਹੜੀ ਫੀਸ ਬਣਦੀ ਸੀ ਉਦੋਂ 7600 1520 ਰੁਪਏ ਮੌਕੇ ਦੇ ਦਿੱਤੇ ਗਏ, 6000 ਅਸੀਂ ਬਕਾਇਆ ਸੀ। ਬਾਕੀ ਇਹਨਾਂ ਨੇ ਜਿਵੇਂ ਵੀ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਨੇ ਦਿੱਤੇ ਨੇ, ਉਹ ਅਲੱਗ ਗੱਲ ਹੈ। ਥੱਲੇ ਤੁਸੀਂ ਦੇਖ ਸਕਦੇ ਹੋ ਕਿ 222 1246 ਬਟਾ 263 1247 ਬਟਾ 263 1248 ਜਮਾ 2 ਬਟਾ 263 ਇਹ 2 ਬਿੱਗੇ ਕਰਕੇ 6 ਬਿੱਗੇ ਜ਼ਮੀਨ ਜਿਹੜੀ ਹੈਗੀ ਹੈ ਉਹ ਦਿੱਤੀ ਗਈ ਹੈ। ਤੇ ਇਹ ਜਿਹੜਾ ਕਾਗਜ਼ ਹੈਗਾ ਇਹ ਵੀ 31/10/1980 ਦਾ, ਯਾਨੀ ਕਿ ਉਦੋਂ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਚਿੱਠੀ ਲਿਖੇ ਜਾਣ ਤੋਂ ਮਾਤਰ 10 ਦਿਨ ਬਾਅਦ ਦਾ ਇਹ ਡਿਪਾਰਟਮੈਂਟ, ਤੁਹਾਡੇ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਰੀਹੈਬਿਲਿਟੇਸ਼ਨ ਦਾ ਇੱਕ ਦਸਤਾਵੇਜ਼ ਬੋਲਦਾ ਹੈ ਜੀ। ਉਸ ਤੋਂ ਬਾਅਦ ਇਹ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾਇਆ ਵੀ ਕਦੋਂ ਓਰੀਜਨਲ ਦਿਖਾਇਆ ਤੁਹਾਨੂੰ, ਕਦੋਂ ਉਹ ਆਰਮੀ 'ਚ ਰਹੇ ਨੇ।
ਉਸ ਤੋਂ ਬਾਅਦ ਇਹ ਪ੍ਰਾਈਮ ਮਿਨਿਸਟਰ ਨੂੰ ਜਦੋਂ ਇੰਦਰਾ ਗਾਂਧੀ ਜੀ ਨੂੰ ਚਿੱਠੀ ਲਿਖੀ ਗਈ ਹੈ ਤਾਂ ਉਦੋਂ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮੈਡਮ ਪ੍ਰਾਈਮ ਮਿਨਿਸਟਰ ਨੇ ਨੋਟਿਸ ਲਿਆ 10 ਦਿਨਾਂ ਦੇ ਅੰਦਰ ਅੰਦਰ ਉਸ ਫੌਜੀ ਨੂੰ ਉਸ ਦਾ ਬਣਦਾ ਹੱਕ ਦਿੱਤਾ ਗਿਆ। ਪਰ ਕੈਪਟਨ ਸਾਹਿਬ ਤੁਸੀਂ ਤਾਂ ਫੌਜੀ ਵੀ ਹੈਗੇ ਹੋ ਤੇ ਤੁਸੀਂ ਇੰਦਰਾ ਗਾਂਧੀ ਜੀ ਉਹਨਾਂ ਦੇ ਬੜੇ ਨੇੜੇ ਵੀ ਰਹੇ ਹੋ। ਇੰਦਰਾ ਗਾਂਧੀ ਜੀ ਨੇ ਜ਼ਮੀਨ ਦਿੱਤੀ ਹੋਵੇ ਕੈਪਟਨ ਸਾਹਿਬ, ਤੇ ਤੁਹਾਡੀ ਅਗਵਾਈ ਵਿੱਚ ਤੁਹਾਡੇ ਹੀ ਸਰਪ੍ਰਸਤੀ ਹੇਠ ਪਲ ਰਹੇ ਜਿਹੜੇ ਲੈਂਡ ਮਾਫੀਆ ਨੇ ਉਹ ਉਸ ਫੌਜੀ ਦੀ ਉਸ ਕਿਸਾਨ ਦੀ ਜ਼ਮੀਨ ਖੋ ਗਏ, ਤੁਹਾਨੂੰ ਪਤਾ ਵੀ ਨਹੀਂ ਲੱਗਿਆ। ਇੰਦਰਾ ਗਾਂਧੀ ਜੀ ਵੀ ਉੱਤੇ ਬੈਠ ਕੇ ਕੀ ਸੋਚਦੇ ਹੋਣਗੇ ਵੀ ਕਾਂਗਰਸ ਦੀ ਕਮਾਨ ਪੰਜਾਬ ਵਿੱਚ ਅਸੀਂ ਕਿਹਨੂੰ ਦੇਤੀ। ਅੱਗੇ ਕਾਗਜ਼ ਤਹਿਸੀਲਦਾਰ ਦਾ ਇਹ ਜਿਹੜਾ 23 ਅਕਤੂਬਰ 1980 ਦਾ ਹੈ ਜੀ, ਅਲਾਟਮੈਂਟ ਆਫ ਲੈਂਡ ਔਨ ਰਿਜ਼ਰਵ ਪ੍ਰਾਈਸ ਐਂਡ ਔਨ ਇੰਸਟਾਲਮੈਂਟ ਬੇਸਿਸ ਸਬਜੈਕਟ। ਤਾਂ ਇਹ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੇ ਜਾਣ ਤੋਂ 3 ਦਿਨ ਬਾਅਦ ਇਹ ਲਿਖਿਆ ਗਿਆ ਹੈ ਜੀ। ਇਹ 1961 ਦੇ ਚਿੱਠੀਆਂ। ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਗਾਤਾਰ ਜਿਹੜੀ ਹੈਗੀ ਹੈ ਜੀ ਇਹ ਗੱਲਬਾਤ ਚੱਲ ਰਹੀ ਸੀ। ਇਹ 77 ਜਿਹੜੇ ਨੇ ਸੋਲਜਰਸ ਐਂਡ ਏਅਰਮੈਨ ਬੋਰਡ ਲੁਧਿਆਣਾ ਦੇ 77 ਨੂੰ ਚਿੱਠੀ ਲਿਖੀ ਗਈ ਸੀ ਨਿਰੰਜਨ ਜੀ ਵੱਲੋਂ ਇਸ ਬਾਬਤ ਕਿ ਸਾਨੂੰ ਜੋ ਹੈ ਬਣਦਾ ਹੱਕ ਸਾਡਾ ਦਵਾਇਆ ਜਾਵੇ। ਉਸ ਤੋਂ ਬਾਅਦ ਇਹ ਚਿੱਠੀ ਇਹ ਵੀ ਤਹਿਸੀਲਦਾਰ ਸਾਹਿਬ ਨੂੰ ਲਿਖੀ ਕਿ ਨਿਰੰਜਨ ਜੀ ਵੱਲੋਂ ਲਗਾਤਾਰ ਸਾਰੇ ਮਤਲਬ ਹਰ ਇੱਕ ਡਾਕੂਮੈਂਟ ਕਿਹੜਾ ਕਾਗਜ਼ ਨਹੀਂ ਹੈਗਾ। ਉਸ ਤੋਂ ਬਾਅਦ ਇਹ 77 ਜ਼ਿਲ੍ਹਾ ਸੈਨਿਕ ਬੋਰਡ ਲੁਧਿਆਣਾ ਵੱਲੋਂ ਇਹ ਚਿੱਠੀ ਲਿਖੀ ਕਿ ਤਹਿਸੀਲਦਾਰ ਸਾਹਿਬ ਨੂੰ ਵੀ ਬਣਦੀ ਜਿਹੜੀ ਹੈਗੀ ਹੈ ਕਾਰਵਾਈ ਹੈਗੀ ਹੈ ਜੋ ਨਿਰੰਜਨ ਜੀ ਦੀ ਜ਼ਮੀਨ ਦੇ ਬਾਬਤ ਹੈਗੀ ਹੈ ਉਸ ਨੂੰ ਪੂਰਾ ਕੀਤਾ ਜਾਵੇ। ਇਹ ਚਿੱਠੀ ਵੀ ਜਿਹੜੀ ਹੈਗੀ ਹੈ ਇਹ ਸਤੰਬਰ 1981 ਦੀ ਹੈ। ਤਾਰੀਖ ਇਹਦੇ ਵਿੱਚ ਨਜ਼ਰ ਨਹੀਂ ਆ ਰਹੀ, ਸਤੰਬਰ 1981 ਦੀ ਚਿੱਠੀ ਹੈ। ਤੇ ਲਗਾਤਾਰ ਸਾਰੇ ਦੇਖੋ ਦਸਤਾਵੇਜ਼ ਸਾਰੇ ਬਣੇ ਹੋਏ ਨੇ, ਓਰੀਜਨਲ ਦਸਤਾਵੇਜ਼ ਨੇ। ਪਰ ਤੁਹਾਨੂੰ ਇੱਕ ਹੋਰ ਦਸਤਾਵੇਜ਼ ਮੈਂ ਦਿਖਾਵਾਂਗਾ। ਇਹ ਦੇਖੋ ਜੀ 1520 ਰੁਪਏ ਜਿਹੜੇ ਜਮ੍ਹਾਂ ਕਰਵਾਏ ਮਿਤੀ 31/10/1980 ਨੂੰ ਨਿਰੰਜਨ ਜੀ ਨੇ ਜਮ੍ਹਾਂ ਕਰਵਾਏ ਤੇ ਉਹ ਜ਼ਮੀਨ ਜਿਹੜੀ ਹੈਗੀ ਹੈ ਉਹ ਆਪਣੇ ਨਾਮ ਕਰਵਾਈ। ਉਸ ਤੋਂ ਇਲਾਵਾ ਇਹ ਫਰਦਾਂ ਜਿਹੜੀਆਂ ਓਰੀਜਨਲ ਅਸਲੀ ਫਰਦਾਂ ਨੇ ਇਹ ਤੂੜੀ ਦੇ ਕਮਰੇ 'ਚ ਸੁੱਟੀਆਂ ਹੋਈਆਂ ਸੀ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਸੀ। 19 ਸਾਲਾਂ ਤੋਂ ਇਹ ਲੜ ਰਹੇ ਨੇ। ਇੰਦਰਾ ਗਾਂਧੀ ਦੀ ਦਿੱਤੀ ਹੋਈ ਜ਼ਮੀਨ ਅੱਜ ਕੈਪਟਨ ਸਾਹਿਬ ਦੇ ਰਾਜ ਵਿੱਚ ਲੈਂਡ ਮਾਫੀਆ ਨੇ ਖੋਹ ਲਈ, ਉਹ ਵੀ ਆਰਮੀ ਵਾਲੇ ਕੋਲੋਂ। ਇਸ ਤੋਂ ਜ਼ਿਆਦਾ ਸ਼ਰਮ ਵਾਲੀ ਗੱਲ ਕੀ ਹੋਣੀ ਹੈ। ਇੱਕ ਰਿਪੋਰਟ ਜਿਹੜੀ ਥੱਲੇ ਪਈ ਸੀ, ਮੈਂ ਸਤਨਾਮ ਜੀ ਨੂੰ ਕਹਾਂਗਾ ਉਹ ਵੀ ਤੁਹਾਨੂੰ ਜ਼ਰੂਰ ਇੱਕ ਵਾਰ ਮੈਂ ਪੜ੍ਹ ਕੇ ਸੁਣਾਵਾਂ। ਇਹ ਰਜਿਸਟਰੀਆਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਵੇਚੀਆਂ ਨੇ ਉਹਨਾਂ ਦੀਆਂ ਰਜਿਸਟਰੀਆਂ ਮਤਲਬ ਕਿ ਸੈਂਟਰ ਗੌਰਮੈਂਟ ਦੀ ਜ਼ਮੀਨ, ਕਾਸ਼ਤਕਾਰ ਇਹਨਾਂ ਦੇ ਪਿਤਾ ਜੀ ਜਾਂ ਇਹਨਾਂ ਦਾ ਪਰਿਵਾਰ, ਤੇ ਉਸ ਜ਼ਮੀਨ ਨੂੰ ਸੈਂਟਰ ਗੌਰਮੈਂਟ ਦੀ ਜ਼ਮੀਨ ਨੂੰ ਧੋਖੇ ਨਾਲ ਵੇਚ ਕੇ ਕਰੋੜਾਂ ਰੁਪਏ ਖਾ ਗਏ। ਰਜਿਸਟਰੀਆਂ ਨਹੀਂ ਵਿਕੀਆਂ ਹੋਈਆਂ ਜ਼ਮੀਨਾਂ ਦੀਆਂ, ਜਾਲੀ ਵਿਕੀਆਂ ਹੋਈਆਂ ਜ਼ਮੀਨਾਂ ਦੀਆਂ, ਤੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ। ਅੰਦਰ ਕਿੰਨੀਆਂ ਕੁ ਭੇਡਾਂ ਬੈਠੀਆਂ ਨੇ ਡਿਪਾਰਟਮੈਂਟਾਂ ਦੇ ਵਿੱਚ, ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ। ਪੰਜਾਬੀ ਵਿੱਚ ਇਹ ਲਿਖਿਆ ਗਿਆ ਜੀ। ਇਹ ਹੋਰ ਵੀ ਦਿਲਚਸਪ ਗੱਲ ਹੈ, ਇੱਥੇ ਇਹ ਦੱਸਣਯੋਗ ਹੋਵੇਗਾ ਕਿ ਜੋ ਜਮ੍ਹਾਂਬੰਦੀ ਸਾਲ 2004, 2005 ਅਤੇ 2009, 2010 ਵਿੱਚ ਮਾਲਕੀ ਸੈਂਟਰਲ ਗੌਰਮੈਂਟ ਕਾਸ਼ਤ ਨਿਰੰਜਨ ਸਿੰਘ ਪੁੱਤਰ ਰਲਾ ਸਿੰਘ ਪੁੱਤਰ ਪੀਰੂ ਵਾਸੀ ਦੇ ਗੈਰ ਕਾਬਜ਼ ਬਿਨਾਂ ਕਿਸੇ ਦਸਤਾਵੇਜ਼ ਤੋਂ ਕਰ ਦਿੱਤੇ ਗਏ। ਇਹਨਾਂ ਦਰਮਿਆਨ 2004, 2005 ਤੇ 2009, 2010 ਦੇ ਦਰਮਿਆਨ ਹੀ ਇਹ ਚੁੱਪ ਚਪੀਤੇ ਬਿਨਾਂ ਕਿਸੇ ਦਸਤਾਵੇਜ਼ ਤੋਂ ਗੁਲਸ਼ਨ ਕੁਮਾਰ ਹੋਣਾ ਦੇ ਸੰਪਰਕ ਵਿੱਚ ਆ ਕੇ ਜਾਂ ਉਹਨਾਂ ਨੇ ਮਿਲੀ ਭੁਗਤ ਕਰਕੇ ਇਸ ਜ਼ਮੀਨ ਨੂੰ ਸੈਂਟਰਲ ਗੌਰਮੈਂਟ ਦੀ ਜ਼ਮੀਨ ਨੂੰ ਵੇਚ ਦਿੱਤਾ। ਤਾਂ ਫਿਰ ਮੁੜ ਕੇ ਨਿਰੰਜਨ ਜਾਂ ਸੈਂਟਰ ਗੌਰਮੈਂਟ ਜਾਂ ਨਿਰੰਜਨ ਜੀ ਹੋਣਾ ਦੇ ਨਾਮ ਤੇ ਚੜਵਾ ਦਿੱਤਾ। ਇਹ ਕਰਨ ਵਾਲੇ ਕੌਣ ਸੀ? ਬਿਨਾਂ ਅਧਿਕਾਰੀਆਂ ਦੀ ਮਿਲੀ ਭਗਤ ਹੋ ਸਕਦਾ ਹੈ ਜਾਂ ਫਿਰ ਨਹੀਂ, ਇਹ ਬਹੁਤ ਵੱਡਾ ਸਵਾਲ ਹੈ। ਸਾਰੇ ਦਸਤਾਵੇਜ਼ ਜਿਹੜੇ ਨੇ ਆਪਣੇ ਆਪ ਉਹ ਬੋਲਦੇ ਨੇ। ਕੋਈ ਹੋਰ ਕਸਰ ਰਹਿੰਦੀ ਹੈ? ਇਹ ਮੁੱਖ ਮੰਤਰੀ ਬਣਾਉਣਗੇ ਦਲਿਤ? ਮੈਂ ਤਾਂ ਕਹਿੰਦਾ ਵੀ ਜਿਹੜੇ ਬੰਦੇ ਆਪਣੇ ਆਪ ਨੂੰ ਦਲਿਤਾਂ ਦਾ ਲੀਡਰ ਕਹਿੰਦੇ ਨੇ ਉਹ ਇੱਕ ਵਾਰ ਇਸ ਭਗਵਾਨ ਵਾਲਮੀਕੀ ਜੀ ਦੀ ਇਸ ਫੋਟੋ ਨੂੰ ਜ਼ਰੂਰ ਦੇਖਣ ਵੀ ਕੀ ਤੁਸੀਂ ਵਾਲਮੀਕੀ ਜੀ ਤੇ ਦੱਸੇ ਹੋਏ ਰਾਹ ਤੇ ਚੱਲ ਰਹੇ ਹੋ। ਦਲਿਤ ਭਾਈਚਾਰਾ ਅੱਜ ਆਪਣੇ ਹੱਕ ਨੂੰ, ਆਪਣੇ ਖੂਨ ਪਸੀਨੇ ਦੀ ਮਿਹਨਤ ਨਾਲ ਜਿਹੜੀ ਲਈ ਹੋਈ ਜ਼ਮੀਨ ਸੀ ਉਸ ਨੂੰ, ਆਪਣੇ ਹੱਕ ਨੂੰ ਰੋ ਰਿਹਾ ਹੈ। ਪਰ ਤੁਹਾਨੂੰ ਵੋਟਾਂ ਦੀ ਪਈ ਹੈ। ਅੱਜ ਗਠਜੋੜ ਕਿਹਦੇ ਨਾਲ ਹੋਣਾ ਹੈ? ਸਰਕਾਰ ਕਿਹਦੀ ਬਣੇਗੀ? ਡਿਪਟੀ ਸੀਐਮ ਕੌਣ ਬਣੇਗਾ? ਸੀਐਮ ਕੌਣ ਬਣੇਗਾ? ਇਹ ਤਰਾਸਦੀ ਬਣ ਗਈ ਹੈ ਸਾਡੇ ਦੇਸ਼ ਦੀ। ਦੇਖੋ ਜੀ ਜਿਹੜੀ 8 ਕੋਠੀਆਂ ਪੈ ਗਈਆਂ ਇਹਨਾਂ ਦੀ ਜ਼ਮੀਨ 'ਚ, ਬਾਕੀ ਹਲੇ ਖਾਲੀ ਪਈ ਹੈ। 8 ਕੋਠੀਆਂ 4 ਕਰੋੜ ਦੀ ਹੋਈਆਂ ਨਾ, ਤਾਂ ਇਹਨਾਂ ਦੀ ਮਰਸਡੀਜ਼ ਗੁਲਸ਼ਨ ਕੁਮਾਰ ਚਲਾ ਰਿਹਾ, ਇਹਨਾਂ ਦੀ ਮਰਸਡੀਜ਼ ਆ ਖੜੀ ਹੈ ਆਜ਼ਾਦੀ ਘੁਲਾਟੀ ਦੇ ਸਾਈਕਲ। ਇਹ ਸਾਈਕਲ 'ਤੇ ਘੁੰਮਦੇ ਆ, ਰੋਟੀ ਖਾਣ ਨੂੰ ਪੈਸੇ ਹੈ ਨਹੀਂ, ਵਕੀਲਾਂ ਨੂੰ ਇਹ ਕਿੱਥੋਂ ਫੀਸਾਂ ਦੇਣਗੇ, ਅਦਾਲਤਾਂ 'ਚ ਕਿਵੇਂ ਜਾਣਗੇ? ਕੋਸ਼ਿਸ਼ ਕਰਾਂਗੇ ਅਸੀਂ, ਜੇ ਹੁਣ ਵੀ ਕੁਛ ਨਾ ਹੋਇਆ ਕੋਸ਼ਿਸ਼ ਕਰਾਂਗੇ ਅਦਾਲਤਾਂ 'ਚ ਕੇਸ ਲੈ ਕੇ ਜਾਣ ਦੀ, ਹਾਈ ਕੋਰਟ ਜ਼ਰੂਰ ਰਿਟ ਪਾਵਾਂਗੇ। ਪਰ ਮੈਂ ਸਮਝਦਾ ਮੁੱਖ ਮੰਤਰੀ ਸਾਹਿਬ, ਪੰਜਾਬ ਪੁਲਿਸ, DGP ਸਾਹਿਬ, ਨਾ ਸਾਨੂੰ ਕੋਰਟ ਕਚਹਿਰੀਆਂ ਧੱਕੇ ਖਵਾਉਣ ਲਈ ਭੇਜੋ, ਨਾ ਇਹਨਾਂ ਲੋਕਾਂ ਨੂੰ ਕੋਰਟ ਕਚਹਿਰੀਆਂ ਤੱਕ ਭੇਜੋ। ਇਹਨਾਂ ਕੋਲ ਵਿਚਾਰਿਆਂ ਕੋਲ ਪੈਸੇ ਨਹੀਂ, ਤੁਸੀਂ ਇਨਸਾਫ ਦੇਣ ਦੇ ਕਾਬਲ ਹੈ, ਤੁਸੀਂ ਦੇ ਸਕਦੇ ਆ। ਨਾ ਹੋਇਆ ਮਜਬੂਰਨ ਅਸੀਂ ਤਾਂ ਜਾਵਾਂਗੇ ਕਿਸੇ ਤਰੀਕੇ ਨਾਲ। ਪਰ ਕੈਪਟਨ ਸਾਹਿਬ ਇੱਕ ਅਪੀਲ ਜ਼ਰੂਰ ਕਰਾਂਗੇ ਵੀ ਤੁਹਾਨੂੰ ਫੌਜੀਆਂ ਦੇ ਨਾਲ ਕੋਈ ਲਗਾਵ ਹੋਵੇ ਚਾਹੇ ਨਾ ਹੋਵੇ, ਫੌਜੀਆਂ ਨੂੰ ਵੀ ਮੇਰੇ ਖਿਆਲ 'ਚ ਬਹੁਤੀ ਉਮੀਦ ਕਰਨੀ ਨਹੀਂ ਚਾਹੀਦੀ ਕੈਪਟਨ ਸਾਹਿਬ ਤੋਂ, ਕਿਉਂਕਿ ਜੋ ਮਾਮਲਾ ਇਸ ਸਾਹਮਣੇ ਆਇਆ ਉਸ ਤੋਂ ਬਾਅਦ ਤਾਂ ਇਹੀ ਲੱਗਦਾ ਹੈ। ਪਰ ਕੈਪਟਨ ਸਾਹਿਬ ਫੌਜੀਆਂ ਨਾਲ ਤੁਹਾਨੂੰ ਪਿਆਰ ਹੋਵੇ ਨਾ ਹੋਵੇ,
ਪਰ ਤੁਸੀਂ ਇਹ ਕਹਿੰਦੇ ਵੀ ਰਹੇ ਹੋ, ਮੰਨਦੇ ਵੀ ਰਹੇ ਹੋ ਕਿ ਇੰਦਰਾ ਗਾਂਧੀ ਜੀ ਹੁਣਾਂ ਨਾਲ ਮਾਵਾਂ ਵਾਲਾ ਪਿਆਰ ਸੀ ਤੁਹਾਡਾ, ਤਾਂ ਤੁਹਾਡੀ ਮਾਤਾ ਵੱਲੋਂ ਦਿੱਤੀ ਹੋਈ ਜ਼ਮੀਨ, ਉਹ ਵੀ ਇੱਕ ਕਿਸਾਨ ਨੂੰ, ਇੱਕ ਫੌਜੀ ਨੂੰ ਜਿਹਨੇ 3 ਮੈਡਲ ਵੀ ਜਿੱਤੇ ਨੇ, ਉਹ ਤੁਹਾਡੇ ਰਾਜ ਵਿੱਚ ਤੁਹਾਡੇ ਨਾਲ ਫੋਟੋਆਂ ਖਿਚਵਾਉਣ ਵਾਲੇ ਠੱਗ ਬਿਲਡਰ, ਲੈਂਡ ਮਾਫੀਆ ਉਹ ਕਬਜ਼ਾ ਰਹੇ ਨੇ, ਉਹ ਦੱਬ ਰਹੇ ਨੇ, ਤਾਂ ਫਿਰ ਤੁਹਾਨੂੰ ਵੀ ਬਣਦੀ ਕਾਰਵਾਈ ਕਰਵਾਉਣੀ ਚਾਹੀਦੀ ਹੈ, ਨਹੀਂ ਤਾਂ ਲੇਖਾ ਤਾਂ ਉੱਤੇ ਜਾ ਕੇ ਦੇਣਾ ਹੀ ਪੈਣਾ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਲੁਧਿਆਣਾ।